ਤੁਸੀਂ ਤਾਂ ਮੁੜ ਵਸੇਬੇ ਵੱਲ ਚੱਲੇ ਤੇ ਲੋਕਾਂ ਨੇ ਤੁਹਾਡਾ ਬਾਈਕਾਟ ਕਰਨਾ ਸ਼ੁਰੂ ਕਰਤਾ, ਸਮਾਜ ਨੇ, ਸਮਾਜਿਕ ਲੋਕਾਂ ਨੇ ਤੁਹਾਨੂੰ ਬੁਲਾਉਣਾ ਸ਼ੁਰੂ ਕਰਤਾ ਕਿ ਕੁਸ਼ਟ ਰੋਗ ਸਾਡੇ ਬੱਚਿਆਂ ਨੂੰ ਨਾ ਹੋ ਜਾਏ, ਸਾਡੇ ਪਰਿਵਾਰ 'ਚ ਨਾ ਆ ਜਾਏ, ਇਸ ਤਰੀਕੇ ਦੀ ਧਾਰਨਾ ਬਣਾ ਲਈ। ਹਾਂ, ਉਹਨਾਂ ਦੀ ਧਾਰਨਾ ਸੀ ਨਾ, ਇਹ ਧਾਰਨਾ ਇਹ ਨਹੀਂ ਹਟਦੀ। ਪਹਿਲਾਂ ਤਾਂ ਇਹ ਗੱਲ ਸੀ, ਹੁਣ ਤਾਂ ਧਾਰਨਾ ਬਦਲ ਚੁੱਕੀ ਹੈ। ਪਹਿਲਾਂ ਤਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਕੋੜੀ ਦੇ ਹੱਥ 'ਚ ਪਹਿਲਾਂ ਟੱਲੀ ਦੇ ਦਿੱਤੀ ਜਾਂਦੀ ਸੀ ਤੇ ਉਹ ਐਂ ਲੱਗਦਾ ਕੁਸ਼ਟ ਰੋਗੀ ਆ ਰਿਹਾ, ਉਹ ਇਸ ਤਰ੍ਹਾਂ ਹੀ ਬਦਤਰ ਜ਼ਿੰਦਗੀ ਮਰ ਜਾਂਦਾ ਸੀ। ਪਰਿਵਾਰ ਦਾ ਸੰਯੋਗ ਫਿਰ ਮਿਲਦਾ ਸੀ, ਕਿਉਂਕਿ ਤੁਸੀਂ ਤਾਂ ਸਵੇਰੇ ਜਾਂਦੇ ਹੋਗੇ, ਸ਼ਾਮ ਨੂੰ ਜਾਂਦੇ, ਪਰਿਵਾਰ ਨੇ ਕਦੇ ਕਹਿੰਦੇ ਵੀ ਕਿਹੜੇ ਕੰਮ ਪੈ ਗਏ ਆ? ਮੇਰੀ ਘਰ ਵਾਲੀ ਪਹਿਲਾਂ ਹੀ ਐਸੀ ਧਾਰਨਾ ਧਾਰੀ ਬੈਠੀ ਸੀ, ਜੋ ਇਹ ਕੰਮ ਹੈ ਨਾ, ਜੋ ਇਹਨਾਂ ਬਿਮਾਰਾਂ ਲਈ ਕੰਮ ਹੈ, ਉਹ ਉਸਦੇ ਦਿਮਾਗ 'ਚ ਇਹ ਪਹਿਲਾਂ ਹੀ ਸੀ। ਕਈ ਵਾਰ ਮੈਂ ਇਹਨਾਂ ਦਾ ਪੈਸਾ ਖਰਚ ਦਿੰਦਾ ਸੀ, ਕਈ ਵਾਰ ਫਿਰ ਮੈਂ ਬਾਅਦ 'ਚ ਉਹਦੇ ਗਹਿਣੇ ਵੇਚ ਕੇ ਵੀ ਕੁੜੀਆਂ ਨੂੰ ਲਗਾ ਦਿੱਤੇ ਸੀ। ਪਹਿਲਾਂ ਥੋੜਾ ਚਿਰ ਉਹਨੇ ਕਿਹਾ ਕੋਈ ਗੱਲ ਨਹੀਂ, ਫਿਰ ਬਾਅਦ 'ਚ ਉਹ ਮੇਰੇ ਨਾਲ ਸਹਿਮਤ ਹੋ ਗਈ। ਸਰਕਾਰ ਵੱਲੋਂ ਕਦੇ ਪੈਸੇ ਦੀ ਮਦਦ ਹੋਈ, ਵਿੱਤੀ ਮਦਦ ਹੋਈ ਤੁਹਾਡੀ? ਨਹੀਂ ਜੀ, ਤਾਂ ਹੀ ਤਾਂ ਮੈਂ ਆਪਣਾ ਘਰ ਵੇਚਿਆ। ਮੈਨੂੰ ਇਹ ਹੁਕਮ ਹੋਇਆ ਸੀ ਮੇਰੇ ਦਾਦਾ ਸ਼੍ਰੀ ਦਾ, ਆਪਣੇ ਪੈਸੇ ਨਾਲ ਕੰਮ ਕਰਨਾ। ਮੈਂ ਕਿਹਾ ਆਪਣੇ ਪੈਸੇ ਨਾਲ ਤਾਂ ਬਹੁਤ ਮੁਸ਼ਕਿਲ ਹੈ ਹੋਣਾ। ਕਹਿੰਦੇ ਨਹੀਂ, ਉਹ ਮਹਾਰਾਜ ਆਪੇ ਤੈਨੂੰ ਅਰੇਂਜ ਕਰ ਦੇਗਾ, ਆਪੇ ਆਪਣੇ ਆਪ ਹੁੰਦਾ ਜਾਏਗਾ। ਫਿਰ ਮੈਂ ਕਰਦਾ ਚਲੇਗਾ, ਇਸ ਤਰ੍ਹਾਂ ਕਰਦਾ ਚਲੇਗਾ। ਮੈਂ ਕੁਛ ਰੋਗੀ ਨੂੰ ਪੁੱਛਿਆ, ਮੈਂ ਕਿਹਾ ਕਿਆ ਹਾਲ ਹੈ, ਕਿਆ ਹਾਲ ਹੋਣਾ है? कहना अब 50 साल की उम्र हो गई है, पैर में जख्म है, 1-2 साल और जिएंगे। इस तरह उन्होंने जिंदगी ਦੇ ਨਾਲ ਆਪਣਾ ਉਹੀ ਲਗਾਓ ਛੱਡ ਦਿੱਤਾ। ਗ੍ਰਹਿ ਮੰਤਰਾਲੇ ਦਾ ਜਦੋਂ ਫੋਨ ਆਇਆ ਵੀ ਤੁਹਾਨੂੰ ਅਸੀਂ ਪਦਮ ਸ਼੍ਰੀ ਲਈ ਚੁਣਿਆ ਤੇ ਤੁਸੀਂ ਐਕਸੈਪਟ ਕਰਦੇ ਹੋ, ਮੈਂ ਕਿਹਾ ਹਾਂਜੀ ਮੈਂ ਐਕਸੈਪਟ ਕਰਨਾ, ਮੈਂ ਬਹੁਤ ਹੰਬਲੀ ਐਕਸੈਪਟ ਕਰਦਾ। ਤੇ ਉਸ ਟਾਈਮ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਸੈਂਟਰਲ ਗਵਰਨਮੈਂਟ ਨੇ ਮੇਰੀਆਂ ਸਰਵਿਸਿਜ਼ ਨੂੰ ਮਾਨਤਾ ਦੇ ਦਿੱਤੀ ਵੀ ਹਾਂ, ਇਹ ਕੰਮ ਜਿਸ ਤਰ੍ਹਾਂ ਕੀਤਾ ਸੀ, ਜੋ ਕਰਿਆ ਉਹ ਹੋਇਆ। ਸਾਡੇ ਗ੍ਰੰਥਾਂ ਦੇ ਵਿੱਚ ਵੀ ਕਿਹਾ ਗਿਆ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈਗੀ ਆ, ਪ੍ਰਬਲ ਸੇਵਾ ਹੈਗੀ ਆ। ਤਾਂ ਸੇਵਾ ਦੇ ਚੱਲਦਿਆਂ ਪ੍ਰੇਮ ਸਿੰਘ ਜੋ ਖਰੜ ਦੇ ਰਹਿਣ ਵਾਲੇ ਨੇ, ਉਹਨਾਂ ਨੂੰ ਪਦਮ ਸ਼੍ਰੀ ਅਵਾਰਡ ਮਿਲਿਆ ਔਰ ਲਗਾਤਾਰ ਪਿਛਲੇ 32 ਸਾਲ ਤੋਂ ਕੋਹੜ ਦੇ ਰੋਗੀਆਂ ਦੀ ਜਿਹੜੇ ਲਗਾਤਾਰ ਸੇਵਾ ਕਰ ਰਹੇ ਨੇ ਪਰਿਵਾਰ ਦੇ ਸਮੇਤ। ਤਾਂ ਹੁਣ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਚੌਥਾ ਸਨਮਾਨ ਜਿਹੜਾ ਹੈਗਾ ਪਦਮ ਸ਼੍ਰੀ ਦੇ ਨਾਲ ਨਿਵਾਜਿਆ ਗਿਆ। ਤੇ ਅੱਜ ਤੁਹਾਨੂੰ ਪੂਰੇ ਪਰਿਵਾਰ ਦੇ ਨਾਲ ਮਿਲਾਉਣੇ ਆ ਕਿ ਕਿਵੇਂ ਉਹਨਾਂ ਨੇ ਆਪਣੀ ਨਿੱਜੀ ਪੂੰਜੀ ਵੀ ਜਿਹੜੀ ਹੈਗੀ ਆ ਕੋਹੜ ਕੁਸ਼ਟ ਰੋਗੀਆਂ ਦੇ ਲਈ ਦਾਨ ਕੀਤੀ ਔਰ ਪੂਰਾ ਪਰਿਵਾਰ ਜਿਹੜਾ ਹੈਗਾ ਦਿਨ ਰਾਤ ਜਿਹੜਾ ਹੈਗਾ ਕੋਹੜ ਦੇ ਰੋਗੀਆਂ, ਕੁਸ਼ਟ ਦੇ ਰੋਗੀਆਂ ਦੀ ਸੇਵਾ ਕਰਦਾ। ਤਾਂ ਪ੍ਰੇਮ ਸਿੰਘ ਦੇ ਘਰ ਖੜੇ ਆ, ਪ੍ਰੇਮ ਸਿੰਘ ਦੇ ਪਰਿਵਾਰ ਨਾਲ ਵੀ ਗੱਲ ਕਰਾਂਗੇ ਕਿਵੇਂ ਇਹ ਸੰਕਲਪ ਆਇਆ ਕਿ ਇਹਨਾਂ ਲੋਕਾਂ ਦੀ ਸੇਵਾ ਕੀਤੀ ਜਾਵੇ, ਮਨ ਦੇ ਵਿੱਚ ਭਾਵਨਾ ਕੀ ਰਹੀ ਔਰ ਕਦੋਂ ਤੋਂ ਸੇਵਾ ਕਰ ਰਹੇ ਨੇ। ਤਾਂ ਪ੍ਰੇਮ ਸਿੰਘ ਸਾਡੇ ਨਾਲ ਹੈ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਜਿਹੜਾ ਹੈਗਾ ਪਦਮ ਸ਼੍ਰੀ ਅਵਾਰਡ ਦੇ ਨਾਲ ਨਿਵਾਜਿਆ ਗਿਆ। ਤਾਂ ਪ੍ਰੇਮ ਸਿੰਘ ਬੈਠੇ ਨੇ, ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ। ਪ੍ਰੇਮ ਜੀ, ਪਹਿਲਾਂ ਤਾਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ, ਤੁਹਾਨੂੰ ਇੱਕ ਮਨੁੱਖਤਾ ਦੀ ਸੇਵਾ ਲਈ ਪਦਮ ਸ਼੍ਰੀ ਅਵਾਰਡ ਦਿੱਤਾ ਗਿਆ। ਧੰਨਵਾਦ ਜੀ। ਕਦੋਂ ਤੋਂ ਸੇਵਾ ਕਰ ਰਹੇ ਹੋ ਔਰ ਮਨ ਵਿੱਚ ਕੀ ਆਇਆ ਜਦੋਂ ਇਹ ਆਰੰਭ ਕੀਤਾ ਸੀ ਕੰਮ? ਮੈਂ ਪਿਛਲੇ 32 ਸਾਲਾਂ ਤੋਂ ਕੁਸ਼ਟ ਰੋਗੀਆਂ ਦੀ ਦਾ ਕਮਿਊਨਿਟੀ ਬੇਸਡ ਰਿਹੈਬਿਲਿਟੇਸ਼ਨ ਵੈਲਫੇਅਰ ਲਈ ਕੰਮ ਕਰਦਾ। ਤੇ ਪਹਿਲਾਂ ਮੈਂ ਹਸਪਤਾਲਾਂ ਦੇ ਵਿੱਚ ਕੰਮ ਕਰਦਾ ਸੀ ਤੇ ਇਸ ਦੀ ਪ੍ਰੇਰਨਾ ਮੈਨੂੰ ਮੇਰੇ ਘਰ ਤੋਂ ਹੀ ਮੇਰੇ ਦਾਦਾ ਸ਼੍ਰੀ ਤੋਂ ਮਿਲੀ ਸੀ। ਤੇ ਅੱਗੇ ਮੈਂ ਹਸਪਤਾਲਾਂ 'ਚ ਕੰਮ ਕਰਨਾ ਸ਼ੁਰੂ ਕੀਤਾ ਸੀ ਤੇ ਹਸਪਤਾਲਾਂ ਦੇ ਵਿੱਚ ਤਾਂ ਕੰਮ ਨਾਰਮਲੀ ਹੋ ਜਾਂਦਾ ਸੀ ਕਿ ਥੋੜ੍ਹੇ ਬਹੁਤੇ ਕਿਸੇ ਦਵਾਈਆਂ, ਥੋੜ੍ਹੇ ਹੋਰ ਉਹਨਾਂ ਦੀ ਦੇਖਭਾਲ ਤਨ ਮਨ ਨਾਲ ਹੋ ਜਾਂਦੀ ਸੀ, ਪਰ ਧਨ ਦੀ ਵੀ ਜ਼ਰੂਰਤ ਪੈਂਦੀ ਹੈ। ਤਾਂ ਫਿਰ ਮੈਂ ਬਾਅਦ ਦੇ ਵਿੱਚ ਕੁਸ਼ਟ ਰੋਗੀਆਂ ਨੂੰ ਦੇਖਿਆ ਤਾਂ ਉਹਨਾਂ ਦੇ ਹੱਥ ਹੀ ਨਹੀਂ ਹਨ, ਉਹਨਾਂ ਦੇ ਪੈਰ ਹੀ ਨਹੀਂ ਹਨ ਤੇ ਉਹ ਇੱਕ ਬਦਤਰ ਜ਼ਿੰਦਗੀ ਜੀ ਰਹੇ ਸਨ। ਤੇ ਮੈਂ ਫਿਰ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਜ਼ਿਆਦਾ ਬਿਮਾਰੀ ਦੀ ਔਰ ਗਰੀਬੀ ਦੀ ਹਾਲਤ ਦੇਖ ਕੇ ਮੈਂ ਉਹਨਾਂ ਲਈ ਕੰਮ ਸ਼ੁਰੂ ਕੀਤਾ, ਕਿਉਂਕਿ ਉਹ ਸਮਾਜ ਦੇ ਵਿੱਚੋਂ ਇਸ ਤਰ੍ਹਾਂ ਨੂੰ ਕੱਢ ਕੇ ਬਾਹਰ ਰੱਖ ਦਿੱਤਾ ਹੈ। ਹਰ ਇੱਕ ਕੁਸ਼ਟ ਰੋਗੀਆਂ ਦੀ ਕਲੋਨੀ ਜਿਹੜੀ ਹੈ ਸ਼ਹਿਰ ਤੋਂ 4 ਮੀਲ ਦੂਰ ਮਿਲਦੀ ਹੈ, ਕਿਉਂਕਿ ਕੁਸ਼ਟ ਰੋਗੀਆਂ ਦਾ ਬਹਿਸ਼ਕਾਰ ਕਰ ਦਿੱਤਾ ਜਾਂਦਾ ਹੈ। ਉਹਨਾਂ ਦਾ ਇਹ ਮੈਂ ਮਾਨਵ ਅਧਿਕਾਰ ਨੂੰ ਵੀ ਪੂਰਾ ਕਰਨ ਦੇ ਲਈ, ਰਿਵਾਈਵਲ ਕਰਨ ਦੇ ਲਈ ਹਿਊਮਨ ਰਾਈਟਸ ਨੂੰ ਵੀ ਮੇਰਾ ਕੰਮ ਹੈ, ਕਿਉਂਕਿ ਮੈਂ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਨਾ ਚਾਹੁੰਦਾ। ਤੇ ਉਹਨਾਂ ਨੂੰ ਇਹ ਕੁਸ਼ਟ ਰੋਗ ਜੋ ਕਿ ਬਹੁਤ ਜਿਸ ਨੂੰ ਸਮਝਿਆ ਜਾਂਦਾ ਹੈ ਕਿ ਪਿਛਲੇ ਜਨਮ ਦਾ ਸ਼ਰਾਪ ਹੈ, ਅਸਲੀ ਗੱਲ ਤਾਂ ਇਹੀ ਹੈ ਕਿ ਇਸ ਨੂੰ ਦੈਵੀ ਪ੍ਰਕੋਪ ਸਮਝਿਆ ਜਾਂਦਾ ਹੈ।
ਔਰ दैवी प्रकोप करके ਇਹਨਾਂ ਨੂੰ ਸ਼ਾਇਦ ਇਸ ਨੂੰ ਸਮਝਦੇ ਇਹਨਾਂ ਨੂੰ ਇਹ ਪਿਛਲੇ ਜਨਮ ਦੀ ਸਜ਼ਾ ਮਿਲੀ ਹੋਈ ਹੈ। ਐਸੀ ਕੋਈ ਗੱਲ ਨਹੀਂ ਹੈ। ਤੇ ਔਰ ਲੋਕ ਸਮਝਦੇ ਹਨ ਕਿ ਇਹ दैवी ਪ੍ਰਕੋਪ ਕਰਕੇ ਇਹਨਾਂ ਨੂੰ ਸਜ਼ਾ ਮਿਲੀ ਤੇ ਸਜ਼ਾ ਕੱਟਣ। ਇਹ ਜਿਹੜੀ ਮਿੱਥ ਲੰਬੇ ਸਮੇਂ ਤੋਂ ਚੱਲਦੀ ਆਈ ਹੈ, ਪੁਰਾਤਨ ਸਮੇਂ ਤੋਂ ਚੱਲਦੀ ਹੈ ਕਿ ਦੇਵੀ ਪ੍ਰਕੋਪ ਹੈਗਾ, ਇਹਨੂੰ ਪਿਛਲੇ ਜਨਮ ਦੀ ਸਜ਼ਾ ਮਿਲ ਰਹੀ ਆ, ਇਹ ਤੋਂ ਹਟ ਕੇ ਤੁਸੀਂ ਉਹਨਾਂ ਦੇ ਇਲਾਜ ਵੱਲ ਵਧੇ ਕਿ ਨਹੀਂ ਇਹ ਇਸ ਤਰੀਕਾ ਨਹੀਂ ਹੈਗਾ, ਇਹਦਾ ਕੋਈ ਮੈਡੀਕਲ ਇਲਾਜ ਵੀ ਹੋ ਸਕਦਾ, ਇਹਨਾਂ ਦੀ ਸੇਵਾ ਹੋ ਸਕਦੀ, ਸੰਭਾਲ ਹੋ ਸਕਦੀ। ਹਾਂਜੀ, ਪਹਿਲਾਂ ਤਾਂ ਮੈਂ ਇਹੀ ਸੋਚਿਆ ਨਾ, ਜਦੋਂ दैवी ਪ੍ਰਕੋਪ ਕਹਿੰਦੇ ਇਹ ਧਾਰਨਾ ਜੋ ਸਟਿਗਮਾ ਅਟੈਚਡ ਹੈ, ਇਹੀ ਸਭ ਤੋਂ ਬੜੀ ਗੱਲ ਸੀ ਕਿ ਸਟਿਗਮਾ ਇਹਨਾਂ ਦੇ ਨਾਲ ਜੇਕਰ ਖਤਮ ਕਰ ਦਿੱਤਾ ਜਾਵੇ ਤੇ ਇਹ ਸਮਾਜ ਦੀ ਮੁੱਖ ਧਾਰਾ 'ਚ ਆਉਣ ਦੇ ਲਈ ਇਹਨਾਂ ਦਾ ਪੂਰਾ ਇਹਨਾਂ ਦਾ ਯਤਨ ਹੋ ਸਕਦਾ ਹੈ। ਕਿਉਂਕਿ ਸਾਡਾ ਜਿਹੜਾ ਕੰਮ ਹੈ ਕਿ ਉਸ ਤੋਂ ਬਾਅਦ ਇਹ ਲੋਕ ਸਮਝਦੇ ਸਨ ਕਿ ਇਹ ਸਪਰਸ਼ ਨਾ ਇਹ ਸਾਨੂੰ ਨਾ ਹੋ ਜਾਵੇ, ਜਦ ਕਿ ਸਪਰਸ਼ ਨਾਲ ਬਿਲਕੁਲ ਨਹੀਂ ਹੁੰਦਾ। ਮੈਂ ਹਰ ਵਾਰ ਉਹਨੂੰ ਜੱਫੀ ਪਾ ਕੇ ਮਿਲਦਾ, ਮੈਨੂੰ ਕਦੇ ਨਹੀਂ ਹੋਇਆ, ਕਿਉਂਕਿ ਮੈਨੂੰ ਪਤਾ ਹੈ। ਮੋਰ ਓਵਰ ਜਿਹੜੇ ਲੋਕ ਕੁਸ਼ਟ ਰੋਗ ਕਲੋਨੀਆਂ 'ਚ ਰਹਿ ਰਹੇ ਹਨ, ਇਹਨਾਂ ਦਾ ਇਲਾਜ ਹੋ ਚੁੱਕਿਆ। ਐਮਡੀਟੀ ਦਵਾਈ ਜਦੋਂ ਦੇ ਦਿੱਤੀ ਜਾਂਦੀ ਹੈ ਪੂਰੀ, ਉਹਦੇ ਨਾਲ 100% ਇਲਾਜ ਹੋ ਜਾਂਦਾ। ਇਸ ਕਰਕੇ ਔਰ ਤੀਸਰਾ ਇਹ ਵੰਸ਼ਾਗੁਤ ਸਮਝਦੇ ਹਨ। ਇਹਨਾਂ ਦੇ ਵਿੱਚ ਜਦੋਂ ਕੁਸ਼ਟ ਰੋਗ ਹੋ ਜਾਂਦਾ ਹੈ ਤਾਂ ਉਹਨਾਂ ਦਾ ਪਹਿਲੇ ਨੰਬਰ 'ਤੇ ਬਹਿਸ਼ਕਾਰ ਕਰ ਦਿੱਤਾ ਜਾਂਦਾ ਹੈ, ਘਰਾਂ 'ਚੋਂ ਕੱਢ ਦਿੱਤਾ ਜਾਂਦਾ ਹੈ, ਉਹਨਾਂ ਦੇ ਡਾਈਵੋਰਸ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਕੰਮਕਾਰ ਦੇ ਵਿੱਚ ਵਿਤਕਰਾ ਹੁੰਦਾ ਹੈ, ਉਹਨਾਂ ਦੇ ਬੱਚਿਆਂ ਨਾਲ ਐਜੂਕੇਸ਼ਨ ਦੇ ਨਾਲ ਵਿਤਕਰਾ ਹੁੰਦਾ ਹੈ ਅਤੇ ਸਮਾਜਿਕ ਬਹਿਸ਼ਕਾਰ ਤਾਂ ਉਹਨਾਂ ਦੇ ਨਾਲ ਹੋ ਹੀ ਜਾਂਦਾ ਨਾ। ਕਦੋਂ ਸੇਵਾ ਸ਼ੁਰੂ ਕੀਤੀ ਹੈ, ਕਦੋਂ ਮਨ ਦੇ ਵਿੱਚ ਆਇਆ ਕਿ ਇਹ ਪਾਸੇ ਹੁਣ ਜ਼ਿੰਦਗੀ ਨੂੰ ਸਮਰਪਿਤ ਕੀਤਾ ਜਾਵੇ? ਮੈਂ 32 ਸਾਲ ਪਹਿਲਾਂ 32 ਸਾਲ ਤੋਂ ਪਹਿਲਾਂ ਵੀ ਮੈਂ ਬਿਮਾਰਾਂ ਲਈ ਕੰਮ ਕਰਦਾ ਸੀ ਅਤੇ ਜਿੰਨਾ ਕੁ ਹੋ ਸਕਦਾ ਮੈਂ ਕਰਦਾ। ਉਸ ਟਾਈਮ ਮੈਂ ਪੜ੍ਹਦਾ ਸੀ ਅਤੇ ਉਹ ਤੋਂ ਬਾਅਦ ਜਦੋਂ ਮੈਂ ਇਹਨਾਂ ਦੀ ਹਾਲਤ ਦੇਖੀ ਅਤੇ ਹਾਲਤ ਇਹਨਾਂ ਦਾ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਕੰਮ ਕਰਕੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅਤੇ ਉਹਨਾਂ ਦੇ ਕਈ ਵਾਰ ਉਹਨਾਂ ਨੂੰ ਜੋ ਦਵਾਈ ਹੈ, ਜੋ ਇਹ ਦਵਾਈ ਕੁਸ਼ਟ ਰੋਗ ਹਟਾਉਣ ਵਾਲੀ ਹੈ ਐਮਡੀਟੀ, ਉਹ ਤਾਂ ਫ੍ਰੀ ਆਫ ਕਾਸਟ ਮਿਲਦੀ ਹੈ। ਉਹਦੇ ਇੱਕ ਬਹੁਤ ਬੜੀ ਚੀਜ਼ ਇਹ ਸੀ ਕਿ ਅਸੀਂ ਕੁਸ਼ਟ ਰੋਗੀਆਂ ਨੂੰ ਗਿਣ ਲੈਂਦੇ ਸੀ ਇਸ ਕਲੋਨੀ 'ਚ ਕਿੰਨੇ ਬੰਦੇ ਰਹਿੰਦੇ ਆ। ਜਿੰਨੇ ਵੀ ਬੰਦੇ ਹੋਰ ਆਏ ਅਤੇ ਉਹਨਾਂ ਨੂੰ ਵੀ ਦੇਖਣਾ ਪੈਂਦਾ ਸੀ ਕਿ ਇਹ ਇਹਨਾਂ ਨੂੰ ਕੁਸ਼ਟ ਰੋਗ ਹੋਣ ਕਰਕੇ ਕੱਢ ਕੇ ਇੱਥੇ ਆਏ ਹਨ ਅਤੇ ਤਾਂ ਕਿ ਇਹਨਾਂ ਦਾ ਇਲਾਜ ਨਾਲ ਦੀ ਨਾਲ ਟੇਕਅਪ ਕੀਤਾ ਜਾਵੇ। ਕਿਉਂਕਿ ਜਦੋਂ ਕੁਸ਼ਟ ਰੋਗ ਜਦੋਂ ਹੋ ਜਾਂਦਾ ਹੈ, ਉਸ ਦੇ ਨਾਲ ਹੱਥ ਉਂਗਲੀਆਂ ਟੁੱਟ ਜਾਂਦੀਆਂ ਹਨ। ਕਾਰਨੀਅਲ ਪੈਰੀਫਰੀ ਨਰਵ 'ਤੇ ਅਟੈਕ ਕਰਨ ਦਾ ਜੋ ਕੁਸ਼ਟ ਰੋਗ ਹੈ, ਤਾਂ ਪੈਰੀਫਰੀ ਨਰਵ ਕਿਤੇ ਨੁਕਸਾਨ ਕਰਦੀ ਹੈ, ਪੈਰ ਟੁੱਟ ਜਾਂਦੇ, ਉਹਨਾਂ ਦੀਆਂ ਉਂਗਲੀਆਂ ਟੁੱਟ ਜਾਂਦੀਆਂ, ਕਾਰਨੀਅਲ ਟੀਅਰ ਹੋ ਜਾਂਦੀ ਹੈ, ਦਿਮਾਗ ਵੀ ਖਰਾਬ ਹੋ ਜਾਂਦਾ ਹੈ ਅਤੇ ਪੈਰਾਂ ਦੇ ਜ਼ਖਮ ਹੋ ਜਾਂਦੇ ਆ। ਅਤੇ ਕਿਉਂਕਿ ਜੋ ਕੁਸ਼ਟ ਰੋਗ ਫਿਰ ਪਹਿਲਾਂ ਤਾਂ ਅਸੀਂ ਰਿਹੈਬਲੀਟੇਸ਼ਨ ਲਈ ਕੰਮ ਕਰਦੇ ਸੀ ਨਾ, ਉਹਨਾਂ ਦੇ ਮੁੜ ਵਸੇਬੇ ਲਈ ਮੇਰਾ ਕੰਮ ਸੀ ਅਤੇ ਮੇਰਾ ਮੇਨ ਕੰਮ ਵੈਸੇ ਮੁੜ ਵਸੇਬੇ ਲਈ ਸੀ। ਇਸ ਲਈ ਮੈਂ ਲੈਪਰੋਸੀ ਵੈਲਫੇਅਰ ਮਿਸ਼ਨ ਦੀ ਸਥਾਪਨਾ ਕੀਤੀ ਸੀ, ਜਿਸ ਦੇ ਦੁਆਰਾ ਇੱਕ ਮੈਂ ਲੈਪਰੋ ਵੈਲ ਮੂਵਮੈਂਟ ਚਲਾਈ। ਲੈਪਰੋ ਵੈਲ ਮੂਵਮੈਂਟ ਇਹਨਾਂ ਮੇਰੇ ਲੜਕੇ ਅਤੇ ਲੜਕੀ ਨੇ ਇਸ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਅਤੇ ਇਹਦੇ ਵਿੱਚ ਉਹਨੇ ਐਜ਼ ਪ੍ਰੋਜੈਕਟ ਡਾਇਰੈਕਟਰ ਅਤੇ ਇਸ ਨੇ ਐਜ਼ ਸੋਸ਼ਲ ਵਰਕਰ। ਇਹੀ ਸਵਾਲ ਸੀ, ਪਰਿਵਾਰ ਦਾ ਸੰਯੋਗ ਫਿਰ ਮਿਲਦਾ ਸੀ? ਕਿਉਂਕਿ ਤੁਸੀਂ ਤਾਂ ਸਵੇਰੇ ਜਾਂਦੇ ਹੋਗੇ, ਸ਼ਾਮ ਨੂੰ ਜਾਂਦੇ, ਪਰਿਵਾਰ ਨੇ ਕਦੇ ਕਹਿੰਦੇ ਵੀ ਕਿਹੜੇ ਕੰਮ ਪੈ ਗਏ ਆ, ਘਰ ਦਾ ਕੰਮ ਵੇਖ ਲਓ, ਪਰਿਵਾਰ ਦਾ ਸਾਥ ਕਿਸ ਤਰੀਕੇ ਦਾ ਰਿਹਾ? ਹਾਂ, ਸਭ ਤੋਂ ਪਹਿਲਾਂ ਕੰਮ ਤਾਂ ਇਹ ਸੀ ਵੀ ਮੇਰੀ ਘਰਵਾਲੀ ਨੇ ਇਹ ਓਬਜੈਕਸ਼ਨ ਕਰਨਾ ਸੀ। ਮੇਰੀ ਘਰਵਾਲੀ ਪਹਿਲਾਂ ਹੀ ਐਸੀ ਧਾਰਨਾ ਧਾਰੀ ਬੈਠੀ ਸੀ, ਕਿਉਂਕਿ ਜਿਸ ਪਿੰਡ ਤੋਂ ਉਹਦਾ ਪਿੰਡ ਹੈ ਨਾ, ਉਸਦੇ 'ਚ 2 ਗੁਰਦੁਆਰਾ ਸਾਹਿਬ ਹੈ। ਹਾਂਜੀ, ਇੱਕ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਏ ਸੀ ਅਤੇ ਦੂਸਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਉੱਥੋਂ ਉਹਨੂੰ ਇਹ ਧਾਰਨਾ ਸੀ ਵੀ ਜੋ ਇਹ ਕੰਮ ਹੈ ਨਾ, ਜੋ ਇਹਨਾਂ ਬਿਮਾਰਾਂ ਲਈ ਕੰਮ ਹੈ, ਉਹ ਉਸਦੇ ਦਿਮਾਗ 'ਚ ਇਹ ਪਹਿਲਾਂ ਹੀ ਸੀ। ਪਰ ਮੈਂ ਬਹੁਤ ਜ਼ਿਆਦਾ ਕਰਦਾ ਸੀ। ਕਈ ਵਾਰ ਮੈਂ ਇਹਨਾਂ ਦਾ ਪੈਸਾ ਖਰਚ ਦਿੰਦਾ ਸੀ, ਕਈ ਵਾਰ ਫਿਰ ਮੈਂ ਬਾਅਦ 'ਚ ਉਹਦੇ ਗਹਿਣੇ ਵੇਚ ਕੇ ਵੀ ਕੁੜੀਆਂ ਨੂੰ ਲਗਾ ਦਿੱਤੇ ਸੀ। ਪਹਿਲਾਂ ਥੋੜ੍ਹਾ ਚਿਰ ਉਹਨੇ ਕਿਹਾ ਕੋਈ ਗੱਲ ਨਹੀਂ, ਫਿਰ ਬਾਅਦ 'ਚ ਉਹ ਮੇਰੇ ਨਾਲ ਸਹਿਮਤ ਹੋ ਗਈ ਅਤੇ ਉਹ ਕਹਿੰਦੀ ਸੀ, ਕਿਉਂਕਿ ਉਹ ਜਦੋਂ ਉਸਦੀ ਇੰਟਰਵਿਊ ਕਈ ਵਾਰ ਕੀਤੀ ਗਈ ਤਾਂ ਉਹ ਕਹਿੰਦੀ ਸੀ ਲੋਕ ਸੇਵਾ ਹੀ ਦੇਸ਼ ਸੇਵਾ ਹੈ। ਜਿਹੜੇ ਲੋਕ ਲੋਕਾਂ ਦੀ ਸੇਵਾ ਕਰਦੇ ਹਨ ਅਤੇ ਉਹਦੇ ਦਿਮਾਗ ਵਿੱਚ ਵੀ ਇਹੀ ਸੀ ਕਿ ਜੇਕਰ ਕੋਰ ਲੈਵਲ ਆਫ ਦਾ ਸੁਸਾਇਟੀ, ਜੋ ਰੂਟ ਲੈਵਲ ਆਫ ਸੁਸਾਇਟੀ ਦੀ ਗਰੀਬੀ ਦੂਰ ਕੀਤੀ ਜਾਵੇ, ਅਤੇ ਉਹ ਆਪ ਵੀ ਇਸ ਤਰ੍ਹਾਂ ਕਰਦੀ ਸੀ ਕਈ ਵਾਰ। ਕਿਉਂਕਿ ਕਿਸੇ ਦੀ ਸਕਿਨ ਡਿਜ਼ੀਜ਼ ਹੋ ਗਈ, ਉਸਦਾ ਉਹਨੂੰ ਪਤਾ ਸੀ, ਉਹ ਉਸਨੂੰ ਬਿਠਾਲ ਕੇ ਰਿਕਸ਼ੇ ਪਰ ਹਸਪਤਾਲ ਲੈ ਜਾਂਦੀ ਸੀ, ਉਹਨੂੰ ਠੀਕ ਕਰਾਉਂਦੀ ਸੀ। ਕਈ ਵਾਰ ਬਜ਼ੁਰਗ ਲੋਕ ਇਗਨੋਰ ਹੋ ਜਾਂਦੇ ਹਨ ਅਤੇ ਇਸ ਤਰ੍ਹਾਂ ਨਾਲ ਫਿਰ ਮੈਂ ਉਹ ਮੈਨੂੰ ਆਪਣੀ ਸਮੱਸਿਆ ਦੱਸ ਦਿੰਦੇ ਸਨ ਅਤੇ ਕਈ ਵਾਰ ਤਾਂ ਉਹਨਾਂ ਦੀ ਹਾਲਤ ਇਸ ਤਰ੍ਹਾਂ ਦੀ ਕਿ ਮੈਂ ਕੁਸ਼ਟ ਰੋਗੀ ਨੂੰ, ਕਿਉਂਕਿ ਉਹ ਮੰਗ ਕੇ ਗੁਜ਼ਾਰਾ ਕਰਦੇ ਹਨ। ਮੰਗ ਕੇ ਗੁਜ਼ਾਰਾ ਇਸ ਲਈ ਕਰਦੇ ਹਨ ਕਿ ਉਹ ਕੁਛ ਕੰਮ ਹੀ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਦੇ ਵਿੱਚ 60% ਲੋਕ ਡਿਸੇਬਲਡ ਹੋ ਗਏ। ਤਾਂ ਉਹਨਾਂ ਦੀ ਜਿਹੜੀ ਲੇਡੀਜ਼ ਹੈ ਉਹ ਤਾਂ ਬਿਲਕੁਲ ਹੀ ਡਿਸੇਬਲਡ ਹੋ ਚੁੱਕੀਆਂ ਹਨ, ਕਿਉਂਕਿ ਉਹ ਕੁਸ਼ਟ ਰੋਗ ਨੂੰ ਦੱਸਣਾ ਨਹੀਂ ਚਾਹੁੰਦੇ ਕਿ ਸਾਨੂੰ ਕੁਸ਼ਟ ਰੋਗ ਹੋ ਗਿਆ। ਔਰ ਜਦੋਂ ਲੇਟ ਦੱਸਿਆ ਤੇ ਉਹਨਾਂ ਦੇ ਅੰਗ ਮਰ ਗਏ। ਤੇ ਜਦੋਂ ਪਰਿਵਾਰ ਦੇ ਗਹਿਣੇ ਵਿੱਚ ਆਪਣੀ ਤੁਸੀਂ ਵਾਈਫ ਦੇ ਪਰਿਵਾਰ ਦਾ ਕਿਤੋਂ ਆਸੇ-ਪਾਸੇ ਵਿੱਤੀ ਮਦਦ ਨਹੀਂ ਹੋਈ ਕਿ ਤੁਸੀਂ ਇਹ ਹਾਲਾਤਾਂ 'ਚ ਪਹੁੰਚ ਕੇ ਗਹਿਣੇ ਵੇਚਣੇ ਪੈ ਗਏ? ਦੱਸ ਰਹੇ ਸੀ ਕਿ 2 ਵਾਰ ਘਰ ਵੀ ਤੁਹਾਨੂੰ ਵੇਚਣਾ ਪਿਆ, ਹੋਰ ਘਰ ਲੈਣਾ ਪਿਆ।
ਨਹੀਂ, ਜਦੋਂ ਮੈਂ ਗਹਿਣੇ ਵੇਚੇ ਉਹ ਥੋੜਾ ਮਹਿਸੂਸ ਤਾਂ ਕਰਦੇ ਸੀ ਵੀ ਇਸ ਤਰ੍ਹਾਂ ਵੀ ਤੁਸੀਂ ਬਈ ਇਹ ਵੀ ਅਸੀਂ ਫਿਰ ਕਿਆ ਕਰੂੰਗੇ। ਤੇ ਬਾਅਦ ਚੋਂ ਮੇਰੀ ਘਰ ਵਾਲੀ ਪੂਰੀ ਸਹਿਮਤ ਹੋ ਗਈ ਕਿਉਂਕਿ ਮੈਨੂੰ ਉਸਨੇ ਓਪਨਲੀ ਕਹਿ ਦਿੱਤਾ ਸੀ ਵੀ ਤੁਸੀਂ ਹੋਰ ਕੋਈ ਕਿਸੇ ਕੰਮ ਨਾ ਕਰਨਾ, ਜਿਹੜਾ ਇਹ ਕੰਮ ਹੈ ਨਾ। ਇਹ ਤਸਵੀਰ ਵੀ ਉਹਨਾਂ ਦੀ ਹੈ ਜਿਹੜੀ, ਇਹ ਤਸਵੀਰ ਉਹਨਾਂ ਦੀ ਹੈ ਜੀ। ਤੇ ਉਹ ਕਹਿੰਦੇ ਸੀ ਤੁਸੀਂ ਕੁਸ਼ਟ ਰੋਗੀ ਲਈ ਜਿੰਨਾ ਮਰਜ਼ੀ ਕੰਮ ਕਰੋ, ਜੋ ਮਰਜ਼ੀ ਕਰ ਦੇਣਾ। ਉਹਦੇ ਵਿੱਚ ਮੈਂ ਬਾਅਦ 'ਚ ਪਹਿਲਾਂ ਥੋੜ੍ਹਾ ਜਿਹਾ ਮਹਿਸੂਸ ਤਾਂ ਹੁੰਦਾ ਹੈ ਜਦੋਂ ਘਰ ਦੇ ਵਿੱਚੋਂ ਐਦਾਂ ਕੋਈ ਗੱਲ ਹੁੰਦੀ ਹੈ। ਤੇ ਫਿਰ ਉਹ ਕਹਿੰਦੀ ਸੀ ਵੀ ਠੀਕ ਹੈ ਤੁਸੀਂ ਕੁਸ਼ਟ ਰੋਗੀਆਂ ਦੀ ਸੇਵਾ ਕਰੋ। ਤੇ ਇਸ ਤਰੀਕੇ ਨਾਲ ਜਦੋਂ ਮੈਨੂੰ ਵੀ ਉਹ ਕਹਿੰਦੀ ਸੀ ਕਿ ਤੁਸੀਂ ਵੀ ਉਹ ਬਹੁਤ ਬਿਮਾਰ ਹੈ। ਬੱਚਿਆਂ ਨੇ ਇਤਰਾਜ਼ ਨਹੀਂ ਕੀਤਾ ਜਦੋਂ ਘਰ ਦੱਸ ਰਹੇ ਸੀ ਵੇਚਣ ਦਾ ਫੈਸਲਾ ਲਿਆ, ਹੋਰ ਘਰ ਲਿਆ, ਉਹ ਪੈਸੇ ਜਿਹੜੇ ਵਧੇ ਉਧਰ ਲਗਾਤੇ, ਕੁਸ਼ਟ ਰੋਗੀਆਂ ਲਈ ਲਗਾਤਾ। ਬੱਚੇ ਇਹ ਕਹਿੰਦੇ ਸੀ ਕਿ ਇਹਨਾਂ ਨੇ ਮੈਨੂੰ ਰੋਕਿਆ ਤਾਂ ਨਹੀਂ ਵੀ ਤੁਸੀਂ ਕੁਸ਼ਟ ਰੋਗ ਤੋਂ ਇਹ ਕੰਮ ਨਹੀਂ ਕਰਨਾ ਚਾਹੇ। ਪਹਿਲਾਂ ਤਾਂ ਕੁਸ਼ਟ ਰੋਗ ਦੀ ਸਿਚੁਏਸ਼ਨ ਇਹ ਸੀ ਕਿ ਕੁਸ਼ਟ ਰੋਗੀਆਂ ਨਾਲ ਕੰਮ ਕਰਨ ਦੇ ਨਾਲ ਸਾਡੇ ਨਾਲ ਵੀ ਲੋਕ ਟੁੱਟ ਗਏ। ਇਹ ਤਾਂ ਇਹਨਾਂ ਨੂੰ ਵੀ ਮਹਿਸੂਸ ਹੁੰਦਾ ਸੀ ਵੀ ਜਦੋਂ ਇਹ ਦੱਸ ਰਹੇ ਸੀ ਕਿ ਇਹ ਤਾਂ ਬਿਮਾਰੀ ਹੈ, ਇਹ ਤਾਂ ਠੀਕ ਹੋ ਜਾਏਗੀ। ਔਰ ਠੀਕ ਹੁੰਦੇ ਹੋਏ ਲੋਕ ਦੇਖੇ ਔਰ ਠੀਕ ਕਰ ਲਈ। ਅਸੀਂ ਤਿਆਰ ਸੀ ਤੇ ਪਹਿਲਾਂ ਤਾਂ ਇਹ ਮੈਨੂੰ ਕਹਿੰਦੇ ਸੀ ਵੀ ਪਾਪਾ ਇਸ ਤਰ੍ਹਾਂ ਨਾ ਕਰੋ ਵੀ ਅਸੀਂ ਵੀ ਤੁਸੀਂ ਸਾਡਾ ਸਾਰਾ ਹੀ ਪੈਸਾ ਵੀ। ਤੁਸੀਂ ਤਾਂ ਮੁੜ ਵਸੇਬੇ ਵੱਲ ਚੱਲੇ ਤੇ ਲੋਕਾਂ ਨੇ ਤੁਹਾਡਾ ਬਾਈਕਾਟ ਕਰਨਾ ਸ਼ੁਰੂ ਕਰਤਾ। ਸਮਾਜ ਨੇ, ਸਮਾਜਿਕ ਲੋਕਾਂ ਨੇ ਤੁਹਾਨੂੰ ਬੁਲਾਉਣਾ ਸ਼ੁਰੂ ਕਰਤਾ ਕਿ ਕੁਸ਼ਟ ਰੋਗ ਸਾਡੇ ਬੱਚਿਆਂ ਨੂੰ ਨਾ ਆ ਜਾਏ, ਸਾਡੇ ਪਰਿਵਾਰ 'ਚ ਨਾ ਆ ਜਾਏ, ਇਸ ਤਰੀਕੇ ਦੀ ਧਾਰਨਾ ਬਣਾ ਲਈ। ਹਾਂ, ਉਹਨਾਂ ਦੀ ਧਾਰਨਾ ਸੀ ਨਾ, ਇਹ ਧਾਰਨਾ ਇਹ ਨਹੀਂ ਹਟਦੀ। ਪਹਿਲਾਂ ਤਾਂ ਇਹ ਗੱਲ ਸੀ, ਹੁਣ ਤਾਂ ਧਾਰਨਾ ਬਦਲ ਚੁੱਕੀ ਹੈ। ਪਹਿਲਾਂ ਤਾਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਕੋੜੀ ਦੇ ਹੱਥ 'ਚ ਪਹਿਲਾਂ ਟੱਲੀ ਦੇ ਦਿੱਤੀ ਜਾਂਦੀ ਸੀ ਤੇ ਉਹ ਐਂ ਲੱਗਦਾ ਵੀ ਕੁਸ਼ਟ ਰੋਗੀ ਆ ਰਿਹਾ। ਉਹ ਇਸ ਤਰ੍ਹਾਂ ਹੀ ਬਦਤਰ ਜ਼ਿੰਦਗੀ ਮਰ ਜਾਂਦਾ ਸੀ। ਪਹਿਲਾਂ ਕੁਸ਼ਟ ਰੋਗ ਜਦੋਂ ਹੋਇਆ ਨਾ ਤੇ ਉਧਰ ਦੱਖਣੀ ਭਾਰਤ ਦੇ ਵਿੱਚ ਨਾ ਇੱਕ ਕੰਧਾਂ ਬਣਾਈਆਂ ਹੋਈਆਂ ਸੀ, ਉਹਦੇ ਵਿੱਚ ਸੁੱਟ ਦਿੰਦੇ ਸੀ। ਤੇ ਉਸਦੇ ਵਿੱਚ ਕਈ ਸਮਾਜ ਸੇਵਕ ਆਏ, ਉਹਨਾਂ ਨਾਲ ਲਈ ਕੰਮ ਕੀਤਾ ਤੇ ਉਹਨਾਂ ਨੇ ਲੋਕਾਂ ਨੂੰ ਦੱਸਿਆ। ਪਰ ਸਾਡਾ ਜਿਹੜਾ ਕੰਮ ਹੈ ਫਿਰ ਮੈਂ ਸੋਚਿਆ ਵੀ ਐਕਚੁਅਲੀ ਕੁਸ਼ਟ ਰੋਗ ਨੂੰ ਹਟਾਉਣਾ ਚਾਹੀਦਾ। ਹੋਇਆ ਕਿਆ, ਜਦੋਂ ਮਾਈਗ੍ਰੈਂਟ ਲੇਬਰਸ ਦੇ ਵਿੱਚ ਕੁਸ਼ਟ ਰੋਗ ਪਾਇਆ ਜਾਂਦਾ, ਮਾਈਗ੍ਰੈਂਟ ਲੇਬਰਸ ਨੇ ਕਿਆ ਕੀਤਾ, ਪੰਜਾਬ ਦੇ ਵਿੱਚ ਫੈਲਾਤਾ। ਇਸ ਚੀਜ਼ ਦੀ ਬੜੀ ਤਕਲੀਫ ਹੋਈ ਕਿ ਬਈ ਸਾਡੇ ਤਾਂ ਕਦੇ ਕੁਸ਼ਟ ਰੋਗ ਦਾ ਨਾਂ ਨਿਸ਼ਾਨ ਵੀ ਨਹੀਂ ਸੀ। ਪ੍ਰਵਾਸੀ ਮਜ਼ਦੂਰਾਂ ਨੇ ਹਾਂ, ਜਦੋਂ ਉਹਨਾਂ ਨੂੰ ਦੇਖਿਆ ਗਿਆ, ਪੰਜਾਬੀਆਂ ਨੂੰ ਦੇਖਿਆ, ਉਹ ਦੇਖਦੇ ਕਿਆ ਹੋਇਆ ਤੇ ਉਹਨਾਂ ਨੂੰ ਵੀ ਹੋ ਗਿਆ। ਕਿਉਂਕਿ ਇਹ ਜਦ ਛਿੱਕ ਆ ਗਈ, ਥੁੱਕ ਗਿਰ ਗਿਆ ਰੋਟੀ ਪਕਾਉਂਦੇ ਘਰਾਂ ਦੇ ਵਿੱਚ। ਜੈਸੇ ਕਈ ਇੰਡਸਟਰੀਲਿਸਟਾਂ ਦੇ ਲੋਕ ਕੰਮ ਕਰਦੇ ਹੈ ਜਾਂ ਕੰਮ ਕਰਦੇ ਕੋਈ ਸਲੀਵਾ ਇੱਧਰ ਉੱਧਰ ਟਰਾਂਸਫਰ ਹੋ ਗਿਆ, ਨੱਕ ਦੁਆਰਾ ਟਰਾਂਸਫਰ ਹੋ ਗਿਆ, ਮੂੰਹ ਦੁਆਰਾ ਟਰਾਂਸਫਰ ਹੋ ਗਿਆ ਤੇ ਫਿਰ ਰੋਗ ਲੱਗ ਜਾਂਦਾ ਸੀ। ਤੇ ਉਹ ਵੀ ਫਿਰ ਜਿਹਨਾਂ ਨੂੰ ਪੰਜਾਬੀਆਂ ਨੂੰ ਵੀ ਲੱਗਿਆ ਨਾ, ਉਹ ਵੀ ਇਸ ਗੱਲ ਨੂੰ ਲੁਕਾਉਂਦੇ ਸੀ। ਹੁਣ ਕਿਹੜੇ ਅਵਾਰਡ ਕੋਈ ਪੰਜਾਬ ਸਰਕਾਰ ਵੱਲੋਂ ਵੀ ਤੁਹਾਨੂੰ ਸਨਮਾਨਿਤ ਕੀਤਾ ਗਿਆ? ਕਿਉਂਕਿ ਪਦਮ ਸ਼੍ਰੀ ਤੱਕ ਪਹੁੰਚਣਾ ਤਾਂ ਬਹੁਤ ਸਾਰੇ ਅਵਾਰਡ ਹੋਰ ਵੀ ਮਿਲਦੇ ਹੋਣਗੇ। 2001 ਦੇ ਵਿੱਚ ਮੈਨੂੰ ਸਟੇਟ ਅਵਾਰਡ ਮਿਲਿਆ ਸੀ ਫॉर द ਵੈਲਫੇਅਰ ਆਫ ਲੈਪਰੋਸੀ ਪੇਸ਼ੈਂਟ। ਉਹਦੇ 'ਚ ਇਹੀ ਲਿਖਿਆ ਹੋਇਆ ਸੀ ਕਿ ਇਹਨਾਂ ਗੁਰੂਆਂ ਪੀਰਾਂ ਦੇ ਮਿਸ਼ਨ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕੀਤੀ। ਜਿਹੜੀ ਉਹ ਫੋਟੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਲੱਗੀ, ਤੁਸੀਂ ਸਨਮਾਨ ਅਵਾਰਡ ਹੈ ਜੀ। ਇਹ ਸਟੇਟ ਅਵਾਰਡ ਮਿਲਿਆ ਸੀ ਤੇ ਸਟੇਟ ਅਵਾਰਡ ਮਿਲਣ ਤੋਂ ਬਾਅਦ ਫਿਰ ਮੈਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਰੋਪੜ ਨੇ ਵੀ ਸਨਮਾਨਿਤ ਕੀਤਾ ਸੀ। ਉਹਨਾਂ ਕਿਹਾ ਵੀ ਉਹ ਐਲੀਮੀਨੇਸ਼ਨ ਦੇ ਸਨਮਾਨਿਤ ਕੀਤੇ, ਕਿਉਂਕਿ ਉਸ ਟਾਈਮ ਐਲੀਮੀਨੇਸ਼ਨ ਦਾ ਕੰਮ ਵੀ ਨਾਲ ਸ਼ੁਰੂ ਕਰ ਲਿਆ ਸੀ। ਜੋ ਐਲੀਮੀਨੇਸ਼ਨ ਦਾ ਕੰਮ ਹੈ ਤੇ ਉਸ ਦੇ 'ਚ ਬਹੁਤ ਵੱਡੀ ਪ੍ਰੋਬਲਮ ਇਹ ਹੈ ਕਿ ਐਪੀਡੈਮੋਲੋਜੀਕਲ ਡਾਟਾ ਨਿਕਲ, ਜੇ ਲੈਪਰੋਸੀ ਹੈ ਨਾ, ਇਹ ਪਬਲਿਕ ਹੈਲਥ ਡਿਜ਼ੀਜ਼ ਹੈ। ਉਹ ਪਬਲਿਕ ਹੈਲਥ ਤਾਂ ਪੜ੍ਹਾਈ ਹੀ ਨਹੀਂ ਜਾਂਦਾ। ਪਬਲਿਕ ਹੈਲਥ ਤਾਂ ਫਿਰ ਮੈਂ ਆਪਣੀ ਲੜਕੀ ਨੂੰ ਮਾਸਟਰ ਆਫ ਪਬਲਿਕ ਹੈਲਥ ਕਰਾਇਆ। ਇਸਨੇ 5 ਸਾਲ ਪੀਜੀ 'ਚ ਕੰਮ ਕੀਤਾ ਤੇ ਇਸ ਨੂੰ ਟੈਕਨੀਕਲਿਟੀ ਸਮਝ ਆ ਗਈਆਂ ਸਾਰੀਆਂ। ਇਹ ਟੈਕਨੀਕਲਿਟੀ ਸਮਝ ਹੋਣ ਕਰਕੇ ਨਾਲ ਪਰਿਵਾਰ ਨੂੰ ਵੀ ਤਿਆਰ ਕੀਤਾ, ਬੱਚਿਆਂ ਨੂੰ ਵੀ ਤਿਆਰ ਕੀਤਾ ਕਿ ਇਹ ਸੇਵਾ 'ਚ ਜਾਣਾ ਤਾਂ ਪਰਿਵਾਰ ਨੂੰ ਤਿਆਰ ਕਰਨਾ, ਪਿੱਛੇ ਬੱਚਿਆਂ ਨੂੰ। ਪਰਿਵਾਰ ਦੀ ਟਾਸਕ ਫੋਰਸ ਬਣਾਈ ਤਾਂ ਇਹ ਫਿਰ ਅੱਗੇ ਮੇਨਟੇਨ ਕਰਦੀ ਸੀ ਆਪਣੀ ਫੋਰਸ। ਤੇ ਉਹਦੇ 'ਚ ਇਸ ਤਰ੍ਹਾਂ ਸੀ ਕਿ ਮੇਰੀ ਦੂਸਰੀ ਲੜਕੀ ਮਾਸਟਰ ਪਬਲਿਕ ਹੈਲਥ ਸੀ, ਉਸਨੂੰ ਐਪੀਡੈਮੋਲੋਜੀ ਤੇ ਸ਼ੁਰੂ ਕੀਤਾ। ਐਪੀਡੈਮੋਲੋਜੀ ਕੀ ਹੁੰਦਾ ਨਾ, ਡਾਟਾ ਕਲੈਕਸ਼ਨ ਹੈ। ਡਾਟਾ ਕਲੈਕਸ਼ਨ, ਡਾਟਾ ਐਨਾਲਾਈਸਿਸ। ਜਦ ਡਾਟਾ ਕਲੈਕਟ ਹੋਇਆ ਨਾ, ਹੁਣ ਜਿਹੜੇ ਕੁਸ਼ਟ ਰੋਗੀ ਹੈ, ਮੈਂ ਇੱਕ ਵਾਰ ਇਸ ਤਰ੍ਹਾਂ ਮੇਰੀ ਗੱਲਬਾਤ ਸ਼ੁਰੂ ਹੋਈ ਸੀ ਵੀ 4000 ਬੰਦਾ ਤਾਂ ਲੁਧਿਆਣੇ ਦੇ ਵਿੱਚ ਹੋਏਗਾ ਮਾਈਗ੍ਰੈਂਟ ਲੇਬਰਸ ਦੇ ਵਿੱਚ। ਤੇ ਉਹ ਡਿਪਾਰਟਮੈਂਟ ਮੰਨ ਗਿਆ ਸੀ ਵੀ ਹਾਂ ਇਹ ਹੈ ਇਸ ਤਰ੍ਹਾਂ ਵੀ। ਫਿਰ ਉਹਦੇ ਕਿਆ ਹੋਇਆ ਨਾ ਕਿ ਪਹਿਲਾਂ ਤਾਂ ਡਿਪਾਰਟਮੈਂਟ ਕੰਮ ਕਰਦਾ ਸੀ, ਡਿਪਾਰਟਮੈਂਟ ਬਹੁਤ ਵਧੀਆ ਕੰਮ ਕਰਦਾ ਸੀ ਹੈਲਥ ਡਿਪਾਰਟਮੈਂਟ, ਕਿਉਂਕਿ ਉੱਥੇ ਰਿਸਪੌਂਸਿਬਿਲਿਟੀ ਅੱਗੇ ਆਈ ਜਾਂਦੀ ਸੀ। ਹੁਣ ਲੈਪਰੋਸੀ ਸੁਸਾਇਟੀ ਸਟੇਟ ਲੈਪਰੋਸੀ ਸੁਸਾਇਟੀ ਬਣਾ ਦਿੱਤੀ ਹੈ ਤੇ ਸਟੇਟ ਲੈਪਰੋਸੀ ਸੁਸਾਇਟੀ ਕਿਆ ਹੈ ਤੇ ਉਹ ਸੈਕਸ਼ਨ ਖਤਮ ਹੋ ਗਿਆ। ਉਹ ਜਿੰਨੇ ਸੈਕਸ਼ਨ ਦੇ ਬੰਦੇ ਸੀ ਉਹ ਵੈਲ ਟ੍ਰੇਨਡ ਕੀਤੇ ਹੋਏ ਸੀ। ਉਹਨਾਂ ਨੂੰ ਕਿਹਾ ਸੀ ਤੁਸੀਂ 1 ਸਾਲ ਦੀ ਟ੍ਰੇਨਿੰਗ ਲਓਗੇ ਐਲੀਮੀਨੇਸ਼ਨ ਤੇ ਰਿਹੈਬਿਲਿਟੇਸ਼ਨ ਤੇ। ਕੋਈ ਬਾਹਰੋਂ ਜਾਂ ਕੋਈ ਸਰਕਾਰ ਵੱਲੋਂ ਕਦੇ ਪੈਸੇ ਦੀ ਮਦਦ ਹੋਈ, ਵਿੱਤੀ ਮਦਦ ਹੋਈ ਤੁਹਾਡੀ? ਨਹੀਂ ਜੀ, ਤਾਂ ਹੀ ਤਾਂ ਮੈਂ ਆਪਣਾ ਘਰ ਵੇਚਿਆ।
ਅੱਛਾ, ਧਾਰਨਾ ਇਹ ਹੈ ਕਿ ਮੈਂ ਮਦਦ ਆਪਣੇ ਕਿਉਂਕਿ ਮੈਨੂੰ ਇਹ ਹੁਕਮ ਹੋਇਆ ਸੀ ਮੇਰੇ ਦਾਦਾ ਸ਼੍ਰੀ ਦਾ, ਆਪਣੇ ਪੈਸੇ ਨਾਲ ਕੰਮ ਕਰਨਾ। ਮੈਂ ਕਿਹਾ ਆਪਣੇ ਪੈਸੇ ਨਾਲ ਤਾਂ ਬਹੁਤ ਮੁਸ਼ਕਿਲ ਹੈ ਹੋਣਾ। ਕਹਿੰਦੇ ਨਹੀਂ, ਉਹ ਮਹਾਰਾਜ ਆਪੇ ਤੈਨੂੰ ਅਰੇਂਜ ਕਰ ਦੇਗਾ, ਆਪੇ ਉਹ ਆਪਣੇ ਆਪ ਹੁੰਦਾ ਜਾਏਗਾ। ਫਿਰ ਮੈਂ ਕਰਦਾ ਚਲੇ ਗਿਆ, ਇਸ ਤਰ੍ਹਾਂ ਕਰਦਾ ਚਲੇ ਗਿਆ। ਪਰਿਵਾਰ ਦੀ ਆਮਦਨੀ ਦੇ ਸਾਧਨ ਕੀ ਹੈ ਫਿਰ? ਪਰਿਵਾਰ ਦੀ ਆਮਦਨੀ ਦੇ ਸਾਧਨ, ਮੈਂ ਆਡਿਟ ਆਫਿਸਰ ਸੇ ਰਿਟਾਇਰ ਹੋਇਆ। ਅੱਛਾ ਮੇਰੇ ਪਾਸ ਸਭ ਤੋਂ ਪਹਿਲਾਂ ਮੇਰੇ ਕੋਲ ਜੀਪ ਫੰਡ ਹੁੰਦਾ ਸੀ। ਅੱਛਾ ਮੈਂ ਜੀਪ ਫੰਡ ਕਢਾ ਕੇ ਲਾਉਂਦਾ ਸੀ, ਦਵਾਈ ਦੇਣੀ ਹੈ, ਕੁਝ ਕਰਨਾ ਹੈ, ਜੀਪ ਫੰਡ ਕਢਾ ਕੇ ਲਾ ਦਿੰਦਾ ਸੀ। ਅਤੇ ਫਿਰ ਕਈ ਵਾਰ ਸਾਨੂੰ ਕੋਈ ਹੋਰ ਕੋਈ ਏਰੀਅਰ ਵਗੈਰਾ ਮਿਲ ਗਿਆ, ਉਹ ਇਹਨਾਂ ਨੂੰ ਉਹ ਵੀ ਲਗਾ ਦਿੰਦਾ ਸੀ। ਅਤੇ ਫਿਰ ਮੈਂ ICI ਬੈਂਕ ਤੋਂ ਇੱਕ ਵਾਰ ਜੀਪ ਫੰਡ ਮੁੱਕ ਗਿਆ, ਅਤੇ ਮੈਂ ICI ਬੈਂਕ ਤੋਂ ਅੱਜ ਤੋਂ 20 ਸਾਲ ਪਹਿਲਾਂ ICI ਬੈਂਕ ਤੋਂ 1 ਲੱਖ ਰੁਪਇਆ ਲੋਨ ਲਿਆ। ਉਹ ਕਿਸ਼ਤ ਮੇਰੇ ਕੱਟਦੀ ਰਹੀ, ਅਤੇ 2003 ਦੀ ਗੱਲ ਹੈ ਇਹ। ਅਤੇ ਪਰ ਕੋਈ ਗਮ ਨਹੀਂ ਸੀ, ਕਿਉਂਕਿ ਮੈਂ ਚਾਹੁੰਦਾ ਸੀ ਮੈਂ ਆਪਣੇ ਦੇਸ਼ ਦੀ ਸੇਵਾ ਕਰਾਂ। ਮੈਂ ਕੋਰ ਲੈਵਲ ਜੋ ਸਕੀਮਾਂ ਹੈ ਨਾ, ਕਿ ਮੈਂ ਹੈਲਥ ਸੋਸਾਇਟੀ ਨੂੰ ਦੱਸਦਾ ਰਹਿੰਦਾ ਸੀ ਵੀ ਤੁਸੀਂ ਫੰਡ ਨੂੰ ਖਰਚਦੇ ਕਿਉਂ ਨਹੀਂ। ਉਹ ਖਰਚਦੇ ਨਹੀਂ ਸੀ। ਅੱਛਾ ਪਿਆ ਰਹਿੰਦਾ, ਜੇ ਫੰਡ ਖਰਚਿਆ ਨਹੀਂ ਜਾਏਗਾ ਤੇ ਤਰੱਕੀ ਕਿੱਥੇ ਤੇ ਹੋਏਗੀ। ਕਿਉਂਕਿ ਗੌਰਮੈਂਟ ਨੇ ਸਾਨੂੰ ਫੰਡ ਦੇ ਦਿੱਤੇ, ਗੌਰਮੈਂਟ ਤਾਂ ਕਰਤਾ, ਗੌਰਮੈਂਟ ਨੇ ਪਲਾਨ ਬਣਾ ਦਿੱਤੀ। ਉਹ ਤੋਂ ਬਾਅਦ ਜਿਹੜੀ ਸਟੇਟ ਲੈਪਰੋਸੀ ਸੋਸਾਇਟੀ ਹੈ, ਉਹਦੇ ਵਿੱਚ ਉਹਨਾਂ ਨੇ ਇੱਕ ਉਹਦਾ ਸੁਪਰਡੈਂਟ ਹੈ, ਇੱਕ ਉਹਦਾ ਅਕਾਊਂਟੈਂਟ ਹੈ, ਇੱਕ ਕੰਪਿਊਟਰ ਵਾਲਾ ਹੈ। ਉਹ ਕਿਆ ਲੈਪਰੋਸੀ ਹਟਾ ਕਦੇ ਦੇਣਗੇ। ਦਿਲ ਦੇ ਵਿੱਚ ਇਹ ਮਲਾਲ ਨਹੀਂ ਆਇਆ ਜਦੋਂ ਤੁਸੀਂ ਜ਼ਿਕਰ ਕਰਦੇ ਬੱਚੇ ਆ ਕਹਿੰਦੇ ਕਿ ਪਾਪਾ ਸਾਨੂੰ ਤਾਂ ਆਂਢ ਗੁਆਂਢ ਦੇ ਲੋਕ ਬੁਲਾਉਣਾ ਛੱਡ ਗਏ, ਸੋਸਾਇਟੀ ਦੇ ਲੋਕ ਬੁਲਾਉਣਾ ਛੱਡ ਗਏ? ਕਦੇ ਮਲਾਲ ਨਹੀਂ ਆਇਆ ਕਿ ਮੈਂ ਤਾਂ ਮੁੜ ਵਸੇਬੇ ਦੀ ਗੱਲ ਕਰਦਾ ਤੇ ਮੈਨੂੰ ਤਾਂ ਸਮਾਜ ਹੀ ਜਿਹੜਾ ਛੱਡਣ ਤੁਰ ਗਿਆ? ਬੜਾ ਦੁੱਖ ਹੋਇਆ ਸੀ, ਬੜਾ ਦੁੱਖ। ਆਪਣੇ ਜਦੋਂ ਰਿਸ਼ਤੇਦਾਰਾਂ ਨੇ ਸਾਰੇ ਹੋਰ ਜਦੋਂ ਦੋਸਤ ਮਿੱਤਰ ਸੋ ਉਹਨਾਂ ਦੇ ਦਿਮਾਗ ਵਿੱਚ, ਜਦੋਂ ਮੈਂ ਕਈ ਵਾਰ ਕਿਸੇ ਸਟੇਜ 'ਤੇ ਜਾ ਕੇ ਨਾ ਬੋਲਦਾ ਸੀ, ਕਿਉਂਕਿ ਮੇਰਾ ਮੈਸੇਜ ਮੈਂ ਤਾਂ ਕਨਵੇ ਕਰਨਾ ਹੀ ਆ ਨਾ, ਚਾਹੇ ਕਿ ਅਖੰਡ ਪਾਠ ਦਾ ਕਿਸੇ ਦਾ ਕੋਈ ਭੋਗ ਦਾ ਫੰਕਸ਼ਨ ਹੈ, ਚਾਹੇ ਕਿਸੇ ਦਾ, ਮੈਂ ਇਹ ਤਾਂ ਕਨਵੇ ਕਰਨਾ ਵੀ ਇਹ ਸਿੰਪਟਮ ਹੈ। ਸਿੰਪਟਮ ਦੱਸਦਾ ਸੀ ਇਹਦੇ ਸਿੰਪਟਮ। ਮੈਂ ਕਿਹਾ ਸਿੰਪਟਮ ਵੀ ਤੁਹਾਨੂੰ ਮੈਂ ਦੱਸ ਹੀ ਦਿੰਦਾ ਨਾ, ਇਹਦੇ ਵਾਈਟ ਪੈਚਿਸ ਪੈ ਜਾਂਦੇ, ਤਾਂਬੇ ਰੰਗੇ ਨਿਸ਼ਾਨ ਪੈ ਜਾਂਦੇ, ਚੁਭਨ ਖਤਮ ਹੋ ਜਾਂਦੀ ਹੈ, ਸੋਜਾ ਆ ਜਾਂਦਾ ਹੈ। ਸੋਜੇ ਜਦੋਂ ਤੁਸੀਂ ਕੋਈ ਚੁਭਨ ਲਈ ਉਸ ਨੂੰ ਦੇਖਣਾ ਪਏਗਾ, ਕੋਈ ਮਾਰ ਕੇ ਦੇਖਣਾ ਪਏਗਾ ਨਾ, ਅਤੇ ਉਹ ਜੇ ਚੁਭਨ ਖਤਮ ਹੋ ਗਈ ਫਿਰ ਲੈਪਰੋਸੀ ਹੈ। ਜੇ ਲੈਪਰੋਸੀ ਹੈ ਤਾਂ ਉਸ ਨੂੰ ਕਾਉਂਸਲਿੰਗ ਕਰਨੀ ਪਏਗੀ, ਉਹ ਆਏਗਾ ਨਹੀਂ ਬਾਹਰ। ਉਹਦਾ ਕਰਕੇ ਉਹਨੂੰ ਮਨਾ ਕੇ ਫਿਰ ਸਾਡੇ ਕੇ ਤੋਂ ਡਿਸਪੈਂਸਰੀਆਂ 'ਚ ਲੋਕ ਆਉਣੇ ਸ਼ੁਰੂ ਹੋ ਗਏ ਬਹੁਤ। ਉਹਦੇ ਬਾਅਦ ਡਿਸਪੈਂਸਰੀਆਂ 'ਚ ਆ ਰਹੇ ਸੀ ਸਾਡੇ, ਅਸੀਂ ਵੀ ਕੋਸ਼ਿਸ਼ ਕੀਤੀ, ਫਿਰ ਉਹਨਾਂ ਨੇ ਵੀ ਕੋਸ਼ਿਸ਼ ਕੀਤੀ, ਗੌਰਮੈਂਟ ਨੇ ਵੀ ਕਰ ਰਹੀ ਸੀ ਨਾ। ਪਰ ਗੌਰਮੈਂਟ ਇਸ ਤਰ੍ਹਾਂ ਨਾ, ਗੌਰਮੈਂਟ ਕੋਲ ਤਾਂ ਉਹਦਾ ਆਪਣਾ ਕੰਮ ਹੈ, ਸਾਡਾ ਕੰਮ ਤਾਂ ਸਮਾਜ ਸੇਵਾ ਨਾ। ਅਸੀਂ ਤਾਂ ਮਤਲਬ ਆਪਣੀ ਸੁਸਾਇਟੀ ਨੂੰ ਇੱਕ ਸਜਾ ਦੇਣਾ ਚਾਹੁੰਦੇ ਹਾਂ। ਤੇ ਹੁਣ ਜਦੋਂ ਤੁਹਾਨੂੰ ਅਵਾਰਡ ਬਾਰੇ ਪਤਾ ਲੱਗਾ ਕਿ ਤੁਹਾਡਾ ਨਾਮ ਨੋਮੀਨੇਟ ਹੋ ਗਿਆ, ਪਦਮ ਸ਼੍ਰੀ ਦੇ ਲਈ ਪਦਮ ਸ਼੍ਰੀ ਮਿਲ ਗਿਆ, ਫਿਰ ਮਨ ਦੇ ਵਿੱਚ ਖਿਆਲ ਕਿਸ ਤਰੀਕੇ ਦੇ ਨਾਲ ਆਇਆ ਜੋ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਕਾਰੀ ਪਹੁੰਚੀ ਕਿ ਤੁਸੀਂ ਚੁਣੇ ਗਏ ਹੋ? ਹਾਂ, ਮੈਨੂੰ ਗ੍ਰਹਿ ਮੰਤਰਾਲੇ ਦਾ ਜਦੋਂ ਫੋਨ ਆਇਆ ਵੀ ਤੁਹਾਨੂੰ ਅਸੀਂ ਪਦਮ ਸ਼੍ਰੀ ਲਈ ਚੁਣਿਆ ਅਤੇ ਤੁਸੀਂ ਐਕਸੈਪਟ ਕਰ ਦਿਓ, ਮੈਂ ਕਿਹਾ ਹਾਂਜੀ ਮੈਂ ਐਕਸੈਪਟ ਕਰਨਾ, ਮੈਂ ਬਹੁਤ ਹੰਬਲੀ ਐਕਸੈਪਟ ਕਰਦਾ। ਅਤੇ ਉਸ ਟਾਈਮ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਸ ਤਰ੍ਹਾਂ ਰੱਬ ਨੇ ਮੇਰੀਆਂ ਜਿਸ ਗੌਰਮੈਂਟ ਨੇ, ਸੈਂਟਰਲ ਗੌਰਮੈਂਟ ਨੇ ਮੇਰੀਆਂ ਸਰਵਿਸਿਜ਼ ਨੂੰ ਮਾਨਤਾ ਦੇ ਦਿੱਤੀ ਵੀ ਹਾਂ ਇਹ ਕੰਮ ਜਿਸ ਤਰ੍ਹਾਂ ਕੀਤਾ ਸੀ, ਜੋ ਕਰਿਆ ਉਹ ਹੋਇਆ, ਔਰ ਜੋ ਤੂੰ ਪੈਸਾ ਜੋ ਵੀ ਤੈਨੂੰ ਲੋਕਾਂ ਨੇ ਹਾਂ। ਅਤੇ ਉਹ ਜਦੋਂ ਉਹ ਰੈਕੋਗਨੀਸ਼ਨ ਮੈਨੂੰ ਮਿਲੀ ਇਹ, ਅਤੇ ਫਿਰ ਮੈਂ ਸੋਚਿਆ ਕਿ ਆਪਣੇ ਵੀ ਲਓ ਜੀ ਰਿਸਪੋਂਸੀਬਿਲਿਟੀ ਹੋਰ ਵਧੀ ਹੈ। ਹੁਣ ਮੇਰੀ ਰਿਸਪੋਂਸੀਬਿਲਿਟੀ ਹੈ ਕਿ ਇਸ ਇਨਾਮ ਨੂੰ ਮੈਂ ਪ੍ਰੂਵ ਕਰ ਸਕਾਂ, ਤਾਂ ਕਿ ਮੈਂ ਸਮਾਜ ਦਾ ਜੋ ਕੋਰ ਲੈਵਲ ਆਫ ਰਹਿੰਦੇ ਹੈ, ਬਿਮਾਰ ਹੈ, ਆਂਢ ਗੁਆਂਢ ਦੇ ਲੋਕਾਂ ਨੂੰ ਪਤਾ ਕਿ ਪਦਮ ਸ਼੍ਰੀ ਲਈ ਚੁਣੇ ਗਏ ਹੋ? ਕੋਈ ਸੁਸਾਇਟੀ ਹੈ ਜਾਂ ਕੋਈ ਆਏ ਕਿ ਬਹੁਤ ਚੰਗਾ ਉਪਰਾਲਾ ਸੀ ਉਪਰਾਲੇ? ਹਾਂ, ਬੜੇ ਖੁਸ਼ ਹੋਏ, ਉਹ ਬਹੁਤ ਖੁਸ਼ ਹੋਏ ਸੀ। ਅਤੇ ਉਹਨਾਂ ਨੇ ਕਿਹਾ ਵੀ ਸਾਡਾ ਤਾਂ ਮਾਣ ਵਧਾ ਦਿੱਤਾ ਤੁਸੀਂ ਇੱਥੇ ਸੁਸਾਇਟੀ ਦੇ ਵਿੱਚ। ਉਸ ਤੋਂ ਪਹਿਲਾਂ ਇਸ ਤਰ੍ਹਾਂ ਸੀ ਕਿ ਪਹਿਲਾਂ ਮੈਨੂੰ ਨੈਸ਼ਨਲ ਅਵਾਰਡ ਫਾਰ ਦਾ ਵੈਲਫੇਅਰ ਆਫ ਸੀਨੀਅਰ ਸਿਟੀਜ਼ਨ ਮਿਲਿਆ ਸੀ। ਉਹ ਇਸ ਤਰ੍ਹਾਂ ਮਿਲਿਆ ਕਿ 60% ਲੋਕ ਨਾ ਸੀਨੀਅਰ ਸਿਟੀਜ਼ਨ ਬਣ ਚੁੱਕੇ ਹੈ ਲੈਪਰੋਸੀ ਪੇਸ਼ੈਂਟਸ ਦੇ, ਪਰ ਉਹਨਾਂ ਦੀ ਹਾਲਤ ਇਤਨੀ ਬੱਤਰ ਹੋ ਗਈ ਹੈ। ਮੈਂ ਕੁਛ ਰੋਗੀ ਨੂੰ ਪੁੱਛਿਆ, ਮੈਂ ਕਿਹਾ ਕਿਆ ਹਾਲ ਹੈ, ਕਿਆ ਹਾਲ ਹੋਣਾ ਹੈ? ਕਹਿੰਦਾ अब 50 साल की उम्र हो गई है, पैर में जख्म है, 1-2 साल और जिएंगे। इस तरह ਉਹਨੇ ਜ਼ਿੰਦਗੀ ਦੇ ਨਾਲ ਆਪਣਾ ਉਹੀ ਲਗਾਓ ਛੱਡ ਦਿੱਤਾ। ਕਿਉਂ ਛੱਡ ਦਿੱਤਾ? ਕਿਉਂਕਿ ਸਾਡੇ ਸਮਾਜ ਨੇ ਉਹਨਾਂ ਨੂੰ ਥਰੋ ਅਵੇ ਕਰਤਾ, ਉਹਨਾਂ ਨੂੰ ਡਾਊਨ ਟਰੋਡਨ ਬਣਾ ਦਿੱਤਾ, ਉਹਨਾਂ ਨੂੰ ਡਿਸਕਾਰਡ ਕਰਤਾ, ਜਦ ਕਿ ਕਿਸੇ ਹੋਰ ਕੰਟਰੀ ਦੇ ਵਿੱਚ ਤੇ ਐਸਾ ਨਹੀਂ ਹੈ। ਅਤੇ ਜਦੋਂ ਸਾਡਾ ਸਮਾਜ ਹੈ ਜੋ ਨਾ, ਉਸਨੇ ਉਸ ਨੂੰ ਇਸ ਤਰ੍ਹਾਂ ਕੀਤਾ। ਅਤੇ ਉਹ ਅਗਰ ਹਾਲੇ ਵੀ ਇਹ ਧਾਰਨਾ, ਜਿੱਦਾਂ ਮੈਂ ਆਪਣੀ ਮਦਰ ਦੇ ਭੋਗ ਪਰ ਕੁਸ਼ਟ ਰੋਗੀਆਂ ਨੂੰ ਬੁਲਾਇਆ ਸੀ, ਉਹ ਲੋਕ ਖਾਣਾ ਨਹੀਂ ਸੀ ਖਾ ਰਹੇ। ਕਹਿੰਦੇ ਤੁਸੀਂ ਕੁਸ਼ਟ ਰੋਗੀ ਬੁਲਾਏ, ਅਸੀਂ ਨਹੀਂ ਖਾਣਾ। ਮੈਂ ਕਿਹਾ ਤੁਹਾਡੀ ਮਰਜ਼ੀ ਹੈ, ਮੈਂ ਤਾਂ ਇਹਨਾਂ ਨਾਲ ਮਿਲਦਾ, ਇਹਨਾਂ ਨਾਲ ਮੈਂ ਤਾਂ ਮਿਲਦਾ ਰਹੂੰਗਾ, ਅਤੇ ਮੈਂ ਇਹਨਾਂ ਨੂੰ ਨਹੀਂ ਛੱਡ ਸਕਦਾ।
ਇਹ ਹੋਇਆ ਜੀ। ਤੇ ਤੇ ਤੁਹਾਡੇ second ਜਿਹੜਾ ਇਹ ਨੈਸ਼ਨਲ ਅਵਾਰਡ ਫॉर ਦਾ ਵੈਲਫੇਅਰ ਆਫ ਸੀਨੀਅਰ ਸਿਟੀਜ਼ਨ ਇਨ ਗ੍ਰੇਵ ਡੇਂਜਰ ਵਰਕ ਕਰਨ ਕਰਕੇ ਮਿਲਿਆ ਸੀ। ਉਸ ਤੋਂ ਪਹਿਲਾਂ ਮੈਨੂੰ ਨੈਸ਼ਨਲ ਅਵਾਰਡ ਫॉर ਦਾ ਡਿਸੇਬਲਡ ਪਰਸਨ ਮਿਲਿਆ ਸੀ 2002 ਦੇ ਵਿੱਚ, ਤੇ ਉਸ ਤੋਂ ਬਾਅਦ ਮੈਨੂੰ ਰੈੱਡ ਐਂਡ ਵਾਈਟ ਬਰੇਵਰੀ ਅਵਾਰਡ ਮਿਲਿਆ ਸੀ 2003 ਦੇ ਵਿੱਚ, ਤੇ ਫਿਰ ਇੱਕ ਸਟਾਰ ਨਿਊਜ਼ ਨੇ ਡਾਕੂਮੈਂਟਰੀ ਬਣਾਈ ਸੀ 2004 ਦੇ ਵਿੱਚ। ਤੇ ਇਸ ਤਰ੍ਹਾਂ ਫਿਰ ਹੋਰ ਤਾਂ ਵੈਸੇ ਦੂਸਰੀਆਂ ਸੰਸਥਾਵਾਂ ਤੋਂ ਮੈਨੂੰ ਨੈਸ਼ਨਲ ਅਵਾਰਡ ਦੇ ਵਿੱਚ ਫਿਰ ਸਾਡੀ ਨੋਮੀਨੇਸ਼ਨ ਐਕਸੈਪਟ ਹੋਈ ਇਹਦੇ ਵਿੱਚ ਜਮਨਾ ਲਾਲ ਬਜਾਜ ਅਵਾਰਡ ਦੇ, ਪਿਛਲੀ ਸ਼ਾਰਟ ਲਿਸਟ ਹੋ ਗਈ ਸੀ, ਉਹ ਕਰੋਨਾ ਕਰਕੇ ਫਿਰ ਉਹ ਹੋ ਨਹੀਂ ਸਕਿਆ। ਤੇ ਉਸ ਤੋਂ ਬਾਅਦ ਮੈਂ 3 ਵਾਰ ਨੋਬਲ ਪ੍ਰਾਈਜ਼ ਲਈ ਨੋਮੀਨੇਟ, ਇਸ ਵਾਰ ਵੀ ਨੋਮੀਨੇਟਡ ਹੈ। ਤੇ ਉਹ ਤੋਂ ਬਾਅਦ ਅਸੀਂ ਇੱਕ ਐਲੀਮੀਨੇਸ਼ਨ ਆਫ ਲੈਪਰੋਸੀ ਦੇ ਪ੍ਰੋਜੈਕਟ, ਪਰਮਾਤਮਾ ਕਰੇ ਜਲਦੀ ਤੁਹਾਨੂੰ ਨੋਬਲ ਪੁਰਸਕਾਰ ਮਿਲੇ ਔਰ ਦੇਸ਼ ਦਾ ਤੁਸੀਂ ਨਾਮ ਵਧਾਓ। ਲੈਪਰੋਸੀ ਇੱਕ ਪ੍ਰੋਜੈਕਟ ਲਗਾਇਆ ਸੀ, ਤੇ ਉਹ ਇੱਕ ਬ੍ਰਿਟਿਸ਼ ਮੈਡੀਕਲ ਜਰਨਲ ਸਾਊਥ ਏਸ਼ੀਆ ਅਵਾਰਡ ਹੈ, ਜਿਹਦੇ 9 ਦੇਸ਼ ਆਉਂਦੇ, 9 ਦੇਸ਼ਾਂ ਨਾਲ ਹੀ ਆਪਣੇ ਪ੍ਰੋਜੈਕਟ ਦਿਖਾਉਣੇ। ਸਾਡਾ ਪ੍ਰੋਜੈਕਟ ਤਾਂ ਆਪਣੇ ਪੰਜਾਬ ਲੈਵਲ ਦਾ ਸੀ, ਅਸੀਂ ਸੋਚਦੇ ਤਾਂ ਬਹੁਤ ਛੋਟਾ ਹੈ। ਉਹਨਾਂ ਨੇ ਕਿਹਾ ਇਹਦੀ ਜਿਹੜੀ ਟੈਕਨੀਕ ਹੈ ਬਹੁਤ ਫਾਈਨ ਹੈ, ਸਾਨੂੰ ਉਹਨੇ ਨੋਮੀਨੇਟ ਕਰ ਲਿਆ। ਫਿਰ ਸੈਮੀ ਫਾਈਨਲਿਸਟ ਤੱਕ ਗਏ। ਇਹ ਉਸ ਦੇ ਵਿੱਚ ਸੋਸ਼ਲ ਵਰਕਰ ਸੀ, ਉਹ ਉਸ ਦੇ ਵਿੱਚ ਪ੍ਰੋਜੈਕਟ ਡਾਇਰੈਕਟਰ ਸੀ, ਤੇ ਮੇਰੀ ਛੋਟੀ ਕੁੜੀ ਹੈ ਜੋ ਹੈ ਉਹਨੇ ਐਪੀਡੈਮੋਲੋਜਿਸਟ ਦਾ ਕੰਮ ਕੀਤਾ ਸੀ। ਇਸ ਤਰ੍ਹਾਂ ਅਸੀਂ ਕੰਮ ਕਰਦੇ ਸੀ। ਪਾਪਾ ਜਦੋਂ ਕੰਮ ਕਰਦੇ ਸੀ, ਜਾਂਦੇ ਸੀਗੇ, ਤੁਸੀਂ ਸਮਾਜ ਦੀ ਗੱਲ ਜਾ ਕੇ ਦੱਸਦੇ ਸੀਗੇ, ਅੱਜ ਮਾਣ ਮਹਿਸੂਸ ਹੁੰਦਾ ਕਿ ਜਿਹੜੀ ਸੇਵਾ ਲਾਈ ਸੀ, ਮਾਨਵੀ ਸੇਵਾ ਪ੍ਰਬਲ ਹੈ ਅਸੀਂ ਕਹਿੰਦੇ ਹਾਂ, ਤਾਂ ਉਹ ਅੱਜ ਉਹਦਾ ਨਤੀਜਾ ਮਿਲ ਗਿਆ। ਨਹੀਂ, ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ, ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈਗਾ ਕਿ ਮੇਰੇ ਪਿਤਾ ਜੀ ਨੂੰ ਇਸ ਗਵਰਨਮੈਂਟ ਨੇ ਰੈਗੂਨਾਈਜ਼ ਕੀਤਾ, ਮਾਣ ਦਿੱਤਾ ਹੈਗਾ। ਦੇਖੋ ਸਰ, ਇੱਕ ਟਾਈਮ 'ਤੇ ਬਹੁਤ ਕੁਝ ਵੇਖਿਆ, ਕਈ ਵਾਰੀ ਅਸੀਂ ਆਊਟਰਾਈਟ ਰਿਜੈਕਟ ਹੋ ਗਏ ਹਾਂ, ਮਤਲਬ ਡਿਊ ਟੂ ਕਿ ਇਹ ਤਾਂ ਵਿਹਲੇ ਆ, ਇਹ ਕੀ ਕਰ ਰਹੇ ਆ, ਇਹ ਵਿਹਲੇ ਨੇ, ਇਹਦਾ ਆਪਣਾ ਟਾਈਮ ਖਰਾਬ ਕਰਦੇ। ਮੇਰੇ ਮਦਰ ਨੇ ਬਹੁਤ ਵਾਰੀ ਇਹ ਚੀਜ਼ ਫੇਸ ਕੀਤੀ ਹੈ। ਕਿੱਦਾਂ ਫੇਸ ਕੀਤੀ ਸਰ ਕਿ ਕਈ ਜਗ੍ਹਾ ਮੇਰੇ ਮਦਰ ਨੇ, ਜਿਵੇਂ ਇਕੱਲੇ ਮਾਰਕੀਟ ਜਾਣਾ ਸਾਨੂੰ ਲੈ ਕੇ, ਜਾਂ ਇਕੱਲੇ ਮੰਡੀ ਜਾਣਾ, ਕਿਤੇ ਜਾਣਾ, ਉਹ ਨਾਲ ਦੇ ਰਿਲੇਟਿਵਸ ਨੇ ਜਾਂ ਗੁਆਂਢੀਆਂ ਨੇ ਆਖਣਾ ਕਿ ਤੁਸੀਂ ਤੁਹਾਡੇ ਹਸਬੈਂਡ ਕਿਉਂ ਨਹੀਂ ਆਉਂਦੇ। ਮੰਮਾ ਆਖਦੇ ਕਿ ਉਹ ਤਾਂ ਗਏ ਹੋਏ ਆ, ਰੋਪੜ ਗਏ ਹੋਏ ਨੇ, ਉਹ ਦਸੂਹੇ ਗਏ ਹੋਏ ਨੇ, ਉਹ ਇੱਥੇ ਗਏ ਹੋਏ ਨੇ। ਤੇ ਉਹ ਫਿਰ ਉਹ ਤਾਂ ਬੜਾ ਮਦਰ ਨੂੰ ਫੀਲ ਹੋਣਾ, ਬਟ ਮਦਰ ਨੇ ਵੀ ਘਰ ਆ ਕੇ ਕਹਿਣਾ, ਸਾਨੂੰ ਬੜਾ ਫੀਲ ਹੋਣਾ ਕਿ ਸਾਨੂੰ ਇੱਦਾਂ ਕਹਿ ਰਹੇ ਪਾਪਾ, ਤੁਸੀਂ ਸਾਡੇ ਕੋਲ ਕਿਉਂ ਨਹੀਂ ਆਉਂਦੇ ਛੋਟੇ ਲੈਵਲ 'ਤੇ। ਫਿਰ ਧੀਰੇ ਕਿ ਇੱਕ ਸਿਸਟਮ ਬਣ ਗਿਆ, ਮੈਂ ਖੁਦ ਪਾਪਾ ਨਾਲ ਜਾਣ ਲੱਗ ਗਿਆ, ਉਹ ਜਾ ਕੇ ਫਿਰ ਮਹਿਸੂਸ ਕੀਤਾ, ਉਹ ਫਿਰ ਧਾਰਨਾ ਆਪਣੇ ਆਪ 'ਚ ਬਣਨ ਲੱਗ ਗਈ। ਜਦੋਂ ਇਹ ਫਿਰ ਅਸੀਂ ਡੋਰ ਟੂ ਡੋਰ ਕਨਵੈਂਸਿੰਗ ਕਰਨ ਲੱਗ ਗਏ। ਜਿਵੇਂ ਆਪਣੇ ਮੋਹਾਲੀ ਰਹਿੰਦੇ ਸੀਗੇ, 71 ਸੈਕਟਰ ਸੀ, ਉਹਦੇ ਨਾਲ ਮਟੌਰ ਪਿੰਡ ਸੀਗਾ, ਸੋਹਣਾ ਪਿੰਡ ਸੀਗਾ, ਉੱਥੇ ਮੈਂ ਮੇਨ ਬੰਦਿਆਂ ਨੂੰ ਮਿਲਿਆ, ਉਹਨਾਂ ਨਾਲ ਮਿਲ ਕੇ ਫਿਰ ਮੈਂ ਉੱਥੇ ਜਿਹੜੀ ਲੇਬਰ ਕਲੋਨੀ ਸੀਗੀ ਨਾ, ਜਿੱਦਾਂ ਰਹਿੰਦੇ ਲੇਬਰਰਸ ਰਹਿੰਦੇ ਨੇ, ਮੈਂ ਉੱਥੇ ਜਾ ਕੇ ਅਸੀਂ ਡੋਰ ਟੂ ਡੋਰ ਬੰਦਿਆਂ ਨੂੰ ਮਿਲਣਾ ਸ਼ੁਰੂ ਕੀਤਾ। ਉਸ ਟਾਈਮ ਬੜਾ ਮਹਿਸੂਸ ਹੋਇਆ ਕਿ 332 ਪੰਜਾਬੀ, ਉਸ ਟਾਈਮ ਮਤਲਬ 332 ਬੰਦੇ, 1000 ਬੰਦਿਆਂ ਦਾ ਅਸੀਂ ਚੈੱਕਅਪ ਕੀਤਾ, ਉਹਦੇ 332 ਬੰਦਿਆਂ ਨੂੰ ਕੋਡ ਦੀ ਪ੍ਰੋਬਲਮ ਸੀਗੀ। ਇਹ ਬਾਈ ਰਿਕਾਰਡ ਹੈ ਜੀ, ਠੀਕ ਹੈ, ਸਭ ਕੁਝ ਹੈਗਾ ਮੋਹਾਲੀ ਦੇ ਵਿੱਚ। ਫਿਰ ਅਸੀਂ ਉਹਨਾਂ ਨੂੰ ਕਿਉਰ ਕਰਵਾਇਆ, ਜੋ ਉਹਨਾਂ ਦੀ ਹੈਲਪ ਸੀ ਉਹ ਕੀਤੀ। ਪਰ ਫਿਰ ਉਸ ਤੋਂ ਬਾਅਦ ਸਰ ਮੇਰੀ ਵੀ ਧਾਰਨਾ ਬਦਲ ਗਈ, ਮੇਰੇ ਪਰਿਵਾਰ ਦੀ ਵੀ ਧਾਰਨਾ ਬਦਲ ਗਈ। ਫਿਰ ਇਹੀ ਚੀਜ਼, ਹਾਂਜੀ, ਫਿਰ ਸਰ ਉਸ ਤੋਂ ਬਾਅਦ ਇਹ ਚੀਜ਼ ਕਰਦੇ ਸਰ ਅਸੀਂ ਫਿਰ ਰੋਪੜ ਪਹੁੰਚ ਗਏ। ਰੋਪੜ ਤੋਂ ਬਾਅਦ ਸਭ ਤੋਂ ਇੱਕ ਮੇਨ ਗੱਲ ਦੱਸਦਾ ਜੀ, ਮੇਰੇ ਫਾਦਰ ਸਾਹਿਬ ਕਲਾਸ 1 ਅਫੀਸਰ ਰਿਟਾਇਰਡ ਨੇ ਜੀ, AG ਪੰਜਾਬ ਆਫਿਸ ਤੋਂ। ਇਹਨਾਂ ਨੇ 9 ਤੋਂ 5 ਤੱਕ ਆਪਣਾ ਜੌਬ ਕਰਨੀ, ਆਡਿਟ ਟੂਰ 'ਤੇ ਜਾਂਦੇ ਸੀਗੇ, ਆਡਿਟ 'ਤੇ ਜਾਂਦੇ ਸੀਗੇ, ਤੇ ਸਾਰੇ ਉਸ ਤੋਂ ਆਡਿਟ ਆਪਣੇ ਫਰੀ ਹੋ ਕੇ ਆਪਣੇ ਰੂਮ 'ਚ ਚਲੇ ਜਾਂਦੇ ਸੀ। ਮੇਰੇ ਪਤਾ ਨਹੀਂ ਕਿ ਜਿੱਥੇ ਆਡਿਟ ਜਾਣਾ, ਨਾਲ ਦੇ ਸ਼ਾਮ ਨੂੰ 5 ਵਜੇ ਤੋਂ ਬਾਅਦ ਆਸ਼ਰਮ 'ਚ ਪਹੁੰਚ ਜਾਣਾ। ਜਿਵੇਂ ਦਸੂ ਆ ਗਏ, ਦਸੂ ਵਾਲੇ ਆਸ਼ਰਮ ਪਹੁੰਚ ਜਾਣਾ, ਅੰਮ੍ਰਿਤਸਰ ਗਏ, ਅੰਮ੍ਰਿਤਸਰ ਪਹੁੰਚ ਜਾਣਾ, ਜਲੰਧਰ ਗਏ, ਜਲੰਧਰ, ਮਤਲਬ ਇੱਦਾਂ ਹੀ ਕਰਦੇ ਇੱਕ ਸਬਬ ਬਣਦਾ ਗਿਆ, ਤੇ ਅੱਜ ਬਹੁਤ ਮਾਣ ਮਹਿਸੂਸ ਕਰਦੇ ਹਾਂ ਜੀ। ਸੀਨੀਅਰ ਸਿਟੀਜ਼ਨ, ਮੈਂ ਸੀਨੀਅਰ ਸਿਟੀਜ਼ਨ ਦੇ ਲਈ ਗੱਲ ਕਰਨਾ ਚਾਹੁੰਦਾ, ਕਿਉਂਕਿ ਮੈਨੂੰ ਨੈਸ਼ਨਲ ਅਵਾਰਡ ਫॉर ਦਾ ਸੀਨੀਅਰ ਸਿਟੀਜ਼ਨ ਮਿਲਿਆ। ਇਹ ਹੈ ਕਿ ਸੀਨੀਅਰ ਸਿਟੀਜ਼ਨ ਦੀ ਹਾਲਤ ਵੀ ਬਹੁਤ ਜ਼ਿਆਦਾ ਖਰਾਬ ਹੈ। ਚਾਹੇ ਉਹਨਾਂ ਲਈ ਕਾਨੂੰਨ ਬਣ ਗਿਆ, ਪਰ ਫਿਰ ਵੀ ਉਹਨਾਂ ਦੀ ਹਾਲਤ 'ਚ ਇੰਨਾ ਸੁਧਾਰ ਨਹੀਂ ਹੋ ਰਿਹਾ। ਤੇ ਜਿੱਥੇ ਵੱਡੇ ਹਸਪਤਾਲਾਂ ਦੇ ਵਿੱਚ ਇਹ ਜਦੋਂ ਇਹਦੀ ਮਦਰ ਬਿਮਾਰ ਸੀ, ਈਵਨ ਮੈਂ ਸੀਨੀਅਰ ਸਿਟੀਜ਼ਨ ਜਦੋਂ ਕਈ ਹਸਪਤਾਲਾਂ 'ਚ ਖੜ੍ਹਦਾ ਸੀ, ਤੇ ਮੈਨੂੰ ਵੀ ਉਹ ਕਹਿੰਦੇ ਸੀ, ਮੈਂ ਕਹਿੰਦੇ ਹਾਂ, ਮੈਂ ਕਹਿੰਦਾ ਮੈਂ ਸੀਨੀਅਰ ਸਿਟੀਜ਼ਨ ਨੇ ਕਿਹਾ, ਉਸਨੇ ਸਿਕਿਉਰਿਟੀ ਵਾਲੇ ਨੂੰ ਬੁਲਾਇਆ ਤੇ ਮੈਨੂੰ ਉਧਰ ਕਰ ਦਿੱਤਾ। ਕਿਉਂਕਿ ਸੀਨੀਅਰ ਸਿਟੀਜ਼ਨ ਨੂੰ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਸੀਨੀਅਰ ਸਿਟੀਜ਼ਨ ਨੂੰ ਅਡਾਪਟ ਕਰ ਲੈਣ, ਜਿਸ ਫਾਰਨ ਕੰਟਰੀ ਤਰਜ਼ 'ਤੇ ਅਡਾਪਟ ਕਰ ਲੈਣ, ਫਿਰ ਉਹਨਾਂ ਦਾ ਦੁੱਖ ਖਤਮ ਹੋ ਜਾਏਗਾ। ਅਤੇ ਉਹ ਅਡਾਪਸ਼ਨ ਹੈ ਜਿਹੜੀ ਨਾ, ਇਹ ਐਸਾ ਉਹਨਾਂ ਨੂੰ ਅਡਾਪਟ ਹੀ ਕਰ ਲਿਆ ਜਾਵੇ ਜਿੱਦਾਂ ਸੀਨੀਅਰ ਫਾਰਨ ਕੰਟਰੀ ਦੇ ਵਿੱਚ ਇਹ ਉਹਨਾਂ ਦਾ ਗਵਰਨਮੈਂਟ ਦੀ ਰਿਸਪੋਂਸੀਬਿਲਿਟੀ ਹੋਵੇ। ਫਿਰ ਬਹੁਤ ਇਹਨਾਂ ਦੀ ਹਾਲਤ 'ਚ ਸੁਧਾਰ ਆ ਸਕਦਾ ਹੈ। ਜਿੰਨਾ ਮਰਜ਼ੀ ਕੋਸ਼ਿਸ਼ ਕਰੋ, ਜਿੰਨੇ ਮਰਜ਼ੀ ਵੱਡੇ ਘਰ ਦੇ, ਜਿੰਨੇ ਮਰਜ਼ੀ ਵੱਡੇ ਅਫੀਸਰ ਹੈ। ਮੈਨੂੰ ਬਹੁਤ ਵਾਰ ਇਸ ਤਰ੍ਹਾਂ ਦੀ ਸਿਚੁਏਸ਼ਨ ਆਉਂਦੀਆਂ ਰਹੀਆਂ। ਅਤੇ ਇੱਕ ਵਾਰ ਮੈਨੂੰ ਬਜ਼ੁਰਗ ਦਾ, ਜਦੋਂ ਮੈਂ ਸਰਵਿਸ ਵੀ ਕਰਦਾ ਸੀ, ਉਹਦਾ ਇਹ ਫੋਨ ਆਇਆ ਸੀ ਕਿ ਪ੍ਰੇਮ ਸਿੰਘ ਆ ਜਾ, ਤੂੰ ਸੋਸ਼ਲ ਵਰਕਰ ਹੈ, ਵੀ ਮੈਨੂੰ ਮੇਰੇ ਮੁੰਡੇ ਨੇ ਮੇਰੀ ਬਾਂਹ ਤੋੜਤੀ। ਉਹ ਕਹਿੰਦਾ ਮੈਂ ਕਿਹਾ ਵੀ ਐਸਾ ਮੈਂ ਆ ਰਿਹਾ। ਮੈਂ ਗਿਆ ਉਹਨੂੰ, ਮੈਂ ਉਹਦੇ ਮੁੰਡੇ ਨੂੰ ਕਿਹਾ, ਮੈਂ ਕਿਹਾ ਵੀ ਰੀਜ਼ਨ ਕਿਆ ਹੈ? ਕਹਿੰਦਾ ਇਹ ਮੇਰੇ ਬੱਚਿਆਂ ਨੂੰ ਕੀ ਮਿਲਦਾ। ਮੈਂ ਕਿਹਾ ਇਹਦੇ ਬੱਚੇ ਤਾਂ ਤੇਰੀ ਬਾਅਦ 'ਚ ਆ, ਪਹਿਲਾਂ ਇਹਦੇ ਪੋਤੇ ਆ। ਅਤੇ ਕਹਿਣ ਲੱਗਿਆ, ਕਹਿੰਦਾ ਮੈਂ ਕਿਹਾ ਤੂੰ ਉਹੀ ਬਾਂਹ ਤੋੜਤੀ ਜਿਹਦੇ ਨਾਲ ਤੈਨੂੰ ਖਿਲਾਇਆ ਸੀ, ਉੱਪਰ ਨੂੰ ਚੱਕ ਕੇ ਉੱਪਰ ਨੂੰ ਲੋਰੀ ਦਿੱਤੀ ਹੁਣੇ ਨਾ, ਅਤੇ ਅੱਜ ਉਹੀ ਬਾਂਹ ਤੋੜਤੀ। ਅਤੇ ਫਿਰ ਮੈਂ ਉਸ ਨੂੰ ਕਿਹਾ ਕਿ ਤੂੰ ਫਿਕਰ ਨਾ ਕਰ। ਉਹਨੂੰ ਮੈਂ ਕਿਹਾ,
ਤੇ ਵੈਸੇ ਤੋਂ ਮੈਂ ਕਿਹਾ ਤੂੰ ਇਹ ਬਹੁਤ ਜ਼ੁਲਮ ਕੀਤਾ ਤੇ ਜਿਹੜਾ ਇਹ ਬਜ਼ੁਰਗ ਦੇ ਨਾਲ ਇੰਨਾ ਜ਼ਿਆਦਤੀ ਕੀਤੀ ਹੈ। ਤੇ ਮੈਂ ਉਹਨੂੰ ਕਿਹਾ ਵੀ ਇਸ ਤਰ੍ਹਾਂ ਵੀ ਤੁਹਾਨੂੰ ਮੈਂ ਇਸ ਤਰ੍ਹਾਂ ਕਰਦਾ, ਤੁਹਾਨੂੰ ਮੈਂ ਆਪਣੇ ਨਾਲ ਰੱਖ ਲੈਂਦਾ। ਉਹ ਕਹਿਣ ਲੱਗਾ ਪ੍ਰੇਮ ਸਿੰਘ ਮੈਂ ਤਾਂ ਬ੍ਰਿਗੇਡੀਅਰ ਹਾਂ, ਮੈਂ 3 ਲੜਾਈਆਂ ਲੜੀਆਂ, ਕਦੇ ਨਹੀਂ ਹਾਰਿਆ। ਕਹਿੰਦਾ ਇਸ ਫਰੰਟ ਤੇ, ਡੋਮੈਸਟਿਕ ਫਰੰਟ ਤੇ ਹਾਰ ਗਿਆ ਮੈਂ। ਕਹਿੰਦਾ ਕਿਉਂਕਿ ਮੈਨੂੰ ਇਹਨਾਂ ਨਾਲ ਅਟੈਚਮੈਂਟ ਹੈ, ਮੇਰੇ ਬੱਚੇ ਪੋਤਿਆਂ ਨਾਲ, ਮੈਂ ਪਾਰਕ 'ਚ ਪੋਤਿਆਂ ਨੂੰ ਮਿਲਿਆ, ਉਹਨਾਂ ਦੀ ਬਾਂਹ ਤੋੜਤੀ। ਤੇ ਫਿਰ ਉਹ ਕਹਿਣ ਲੱਗਿਆ, ਕਹਿੰਦਾ ਮੈਂ ਕਿਹਾ ਵਿਲ ਕਰਤੀ ਹੋਣੀ ਨਾ? ਕਹਿੰਦਾ ਵਿਲ ਕਰਤੀ। ਹੁਣ ਅੱਜ ਕੱਲ੍ਹ ਐਸਾ ਕਾਨੂੰਨ ਬਣ ਗਿਆ ਬਹੁਤ, ਗੌਰਮੈਂਟ ਦਾ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਬਿੱਲ ਵਾਪਸ ਲਈ ਜਾ ਸਕਦੀ ਹੈ। ਗੌਰਮੈਂਟ ਦੇ ਨੋਟਿਸ 'ਚ ਆ ਚੁੱਕੀ ਹੈ ਚੀਜ਼ ਕਿ ਜੇ ਜ਼ਿਆਦਾ ਕੋਈ ਜ਼ਿਆਦਤੀ ਹੁੰਦੀ ਹੈ ਨਾ, ਜਦੋਂ ਵਿਲ ਕਰਤੀ ਸਮਝ ਲਓ ਡੈਸਟੀਚਿਊਟ ਹੋ ਗਿਆ। ਤਾਂ ਇਸ ਤਰੀਕੇ ਨਾਲ ਮੈਂ ਚਾਹੁੰਦਾ ਕਿ ਉਸੀ ਤਰਜ਼ 'ਤੇ ਇਹਨਾਂ ਨੂੰ ਵੀ ਕੀਤਾ ਜਾਵੇ। ਅਤੇ ਦੂਜੀ ਮੇਰੀ ਗੱਲ ਇਹ ਹੈ ਕਿ ਜੋ ਸਾਰੀਆਂ ਬਿਮਾਰੀਆਂ ਹਨ ਉਹ ਪਬਲਿਕ ਹੈਲਥ ਡਿਜ਼ੀਜ਼ ਹੈ, जैसे वाटरबॉर्न डिजीज़ है, जैसे मलेरिया है, तो जैसे और लेप्रोसी है। तो क्या ये सिचुएशन क्या है कि पब्लिक हैल्थ ਨੂੰ बढ़ावा देना चाहिए, ਪਬਲਿਕ ਹੈਲਥ ਨੂੰ ਇੰਟੈਗਰੇਟਿਡ ਸਕੀਮ ਦੇ ਵਿੱਚ ਪਾ ਦੇਣਾ ਚਾਹੀਦਾ ਤਾਂ ਕਿ ਉਸ ਨੂੰ 8ਵੀਂ ਤੋਂ ਹੀ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਜਾਵੇ। ਉਹ ਜਦੋਂ ਬੱਚਿਆਂ ਨੂੰ ਸਮਝ ਹੋਏਗੀ ਵੀ ਇਹ ਤਾਂ ਬਾਕਾਇਦਾ ਮੱਛਰ ਲੜ ਗਿਆ ਜਾਂ ਮੱਛਰ ਇੱਥੇ ਹੋ ਰਿਹਾ, ਵੀ ਹਟਾਓ ਇਸ ਨੂੰ, ਹੈ ਨਾ। ਤਾਂ ਇਸ ਤਰ੍ਹਾਂ ਦੇ ਨਾਲ ਜੋ ਪਬਲਿਕ ਹੈਲਥ ਦੀ ਐਜੂਕੇਸ਼ਨ ਉਸ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਪੈਗੀ। ਉਹ ਜ਼ਰੂਰਤ ਇਸ ਕਰਕੇ ਪਈ ਹੈ ਕਿ ਐਪੀਡੈਮੋਲੋਜਿਸਟ ਡਾਟਾ ਕਲੈਕਸ਼ਨ ਹੈ ਜੋ ਨਾ, ਪਬਲਿਕ ਹੈਲਥ ਦੇ ਵੀ ਐਪੀਡੈਮੋਲੋਜੀ, ਡਾਟਾ ਕਲੈਕਸ਼ਨ, ਪਬਲਿਕ ਹੈਲਥ ਪੋਲਿਸੀ ਔਰ ਕੰਪਿਊਟਰ ਐਜੂਕੇਸ਼ਨ, ਇਹ ਸਭ ਚੀਜ਼ਾਂ ਇਨਕਲੂਡਿਡ ਹੈ ਤਾਂ ਕਿ ਉਹਨਾਂ ਨੂੰ ਉਹ ਇਨਕਲੂਡ ਹੋਣ ਕਰਕੇ ਉਹ ਟ੍ਰੇਨਡ ਹੋ ਜਾਂਦੇ ਹਨ। ਅਤੇ ਜਿਹੜਾ NRHN ਨੇ ਜੋ ਕੁਆਲੀਫਿਕੇਸ਼ਨ ਰੱਖੀ ਹੈ ਉਹ ਰੱਖੀ ਹੋਈ MBBS ਮਾਸਟਰ ਆਫ ਪਬਲਿਕ ਹੈਲਥ। ਵੈਰ ਜਦੋਂ MBBS ਡਾਕਟਰ ਉੱਥੇ ਚਲੇ ਗਿਆ ਉਸ ਨੂੰ ਉਸਦਾ ਅਲਫਾਬੈਟ ਵੀ ਨਹੀਂ ਪਤਾ ਹੈ ਕਿ ਇਸ ਨੂੰ ਡਾਟਾ ਕਲੈਕਸ਼ਨ ਦੇ ਵਿੱਚ ਉਸਦੀ ਐਨਾਲਿਸਿਸ ਕਿਵੇਂ ਕਰਨਾ। ਤਾਂ ਪਬਲਿਕ ਮੈਂ ਚਾਹੁੰਦਾ, ਮੇਰੀ ਇਹ ਰਿਕੁਐਸਟ ਹੈ ਕਿ ਗੌਰਮੈਂਟ ਨੂੰ ਚਾਹੀਦਾ ਹੈ ਕਿ ਪਬਲਿਕ ਹੈਲਥ ਯੂਨੀਵਰਸਿਟੀ ਬਣਾ ਦੇਣੀ ਚਾਹੀਦੀ ਹੈ ਕਿ ਜਿਹੜੀ ਕਿ ਪਬਲਿਕ ਹੈਲਥ ਦਾ ਐਜੂਕੇਸ਼ਨ ਨੂੰ ਅੱਗੇ ਕਿ ਬੈਚਲਰ ਆਫ ਪਬਲਿਕ ਹੈਲਥ, ਅਗਰ ਬੈਚਲਰ ਆਫ ਪਬਲਿਕ ਹੈਲਥ ਬਣ ਗਿਆ ਉਸ ਦੇ ਨਾਲ ਇੰਸਪੈਕਟਰ ਲੱਗ ਜਾਣ ਤਾਂ ਡਿਜ਼ੀਜ਼ ਲੋਅਰ ਲੈਵਲ ਔਰ ਉੱਤੇ ਖਤਮ ਹੋ ਜਾਏਗੀ। तो इस तरह नाल जो पब्लिक हैल्थ मिनिस्टर होना चाहिए, पब्लिक हैल्थ डिपार्टमेंट होना चाहिए। मोर ओवर ये डिपार्टमेंट चीफ मिनिस्टर साहब या प्राइम मिनिस्टर साहब के अंडर होना चाहिए। तो एक नैक्सट पॉइंट ये है कि साढ़े प्रोजैक्ट लगते हैं ना, तो प्रोजैक्टां दे विच ना, तो प्रोजैक्ट का मैडिकल ऑडिट होना चाहिए कि प्रोजैक्टां दे विच जो डाटा है ना वो करैक्ट डाटा नहीं लिया जाता। तो वो जो करैक्ट डाटा नहीं लिया तो थले वाले पासे फायदा नहीं होएगा। ये सिचुएशन है। तो जो मैडिकल ऑडिट है उसकी भी बहुत, मैडिकल ऑडिट भी प्राइम मिनिस्टर साहब और अपना या चीफ सैकटरी या कैबिनेट सैकटरी या CM साहब इन्हां दे अंडर तो ये चलना चाहिए। ये मेरी एक गौरमेंट ਨੂੰ ਬੇਨਤੀ ਹੈ। ਤੇ ਅੱਛਾ ਅਦਰਵਾਈਜ਼ ਅਗਰ ਨਹੀਂ ਹੋ ਸਕਦਾ ਤੇ ਬਾਕੀ ਯੂਨੀਵਰਸਿਟੀ ਪਬਲਿਕ ਹੈਲਥ ਪੜ੍ਹਾਤੀ ਜਾਵੇ, ਨਾਨ ਮੈਡੀਕਲ ਦੇ ਵਾਂਗੂ, ਤੇ ਉਹ ਇਹਨਾਂ ਕੋਲ ਟਾਸਕ ਫੋਰਸ ਤਿਆਰ ਹੋ ਜਾਏਗੀ। ਫੋਰਨ ਕੰਟਰੀ ਦੇ ਇੰਸਪੈਕਟਰ ਆ ਉਹੀ ਉਹ ਸਾਰੀ ਬਿਮਾਰੀ ਹਟਾਉਂਦਾ ਕਿਉਂਕਿ ਪਬਲਿਕ ਹੈਲਥ ਅਰਲੀ ਇੰਟਰਵੈਂਸ਼ਨ ਤੇ ਅਰਲੀ ਡਿਟੈਕਸ਼ਨ ਤੇ ਗੱਲ ਕਰਦੀ ਹੈ। ਜੇ ਅਰਲੀ ਇੰਟਰਵੈਂਸ਼ਨ ਅਰਲੀ ਡਿਟੈਕਸ਼ਨ ਹੋ ਗਈ ਬਿਮਾਰੀ ਖਤਮ ਜੀ। ਇਹ तो मैं एक्चुअली कोर लैवल ऑफ द सोसाइटी काम करना चाहता। मैं गौरमेंट का बहुत शुक्रगुजार है कि मैनू उन्होंने ये मान सम्मान दिता और मैं गौरमेंट की पॉलिसी नू कोर लैवल से लागू करने दे लई तैयार पर तैयार है और मैं देश नू खुशहाल देखने लई मेरी इच्छा। ਤਾਂ ਇਹ ਸਨ ਸਾਡੇ ਨਾਲ ਪ੍ਰੇਮ ਸਿੰਘ ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਔਰ ਨੋਮੀਨੇਟ ਨੇ ਨੋਬਲ ਪੁਰਸਕਾਰ ਦੇ ਲਈ। PTC ਨਿਊਜ਼ ਦੀ ਦਿਲੀ ਇੱਛਾ ਔਰ ਇਹਨਾਂ ਦੇ ਲਈ ਅਰਦਾਸ ਵੀ ਹੈ ਕਿ ਦੇਸ਼ ਦਾ ਮਾਣ ਵਧੇ। ਪ੍ਰੇਮ ਸਿੰਘ ਨੂੰ ਨੋਬਲ ਪੁਰਸਕਾਰ ਵੀ ਮਿਲੇ, ਲਗਾਤਾਰ ਸੇਵਾ ਕਰ ਰਹੇ ਨੇ, ਪਰਿਵਾਰ ਵੀ ਛੱਡਿਆ, ਘਰ ਵੀ ਵੇਚਣਾ ਪਿਆ, ਘਰ ਦੇ ਗਹਿਣੇ ਵੀ ਵੇਚਣੇ ਪਏ। ਜਿਨ੍ਹਾਂ ਦੇ ਲਈ ਮੁੜ ਵਸੇਬੇ ਦੀ ਗੱਲ ਕਰਦੇ ਸੀ, ਆਵਾਜ਼ ਚੁੱਕਦੇ ਸੀ, ਜਿਨ੍ਹਾਂ ਦਾ ਇਲਾਜ ਕਰਦੇ ਸੀ, ਤਾਂ ਉਹਨਾਂ ਨੂੰ ਹੀ ਸਮਾਜ ਦੇ ਵਿੱਚੋਂ ਦਰਕਿਨਾਰ ਕਰ ਦਿੱਤਾ ਗਿਆ। ਇੱਕ ਸਮਾਂ ਅਜਿਹਾ ਵੀ ਆਇਆ ਕਿ ਇਹਨਾਂ ਦੇ ਪਰਿਵਾਰ ਤੋਂ ਕੋਈ ਪਾਣੀ ਪੀਣਾ ਵੀ ਚੰਗਾ ਨਹੀਂ ਸਮਝਦਾ ਕਿਉਂਕਿ ਇਹ ਲਗਾਤਾਰ ਕੁਸ਼ਟ ਰੋਗੀਆਂ ਦੀ ਇਲਾਜ ਕਰਦੇ ਸੀ ਤੇ ਇੱਕ ਧਾਰਨਾ ਸੀ ਕਿ ਕੁਸ਼ਟ ਰੋਗੀਆਂ ਦਾ ਇਲਾਜ ਕਰਨ ਵਾਲਾ ਜਦੋਂ ਉਹਨਾਂ ਦੇ ਕੋਲ ਜਾਵੇਗਾ ਤਾਂ ਉਹ ਵੀ ਕੁਸ਼ਟ ਰੋਗੀ ਹੋ ਜਾਣਗੇ, ਪਰ ਅਜਿਹਾ ਨਹੀਂ ਸੀ ਔਰ ਇਹਨਾਂ ਨੇ ਇੱਕ ਇਹ ਮਿੱਥੀ ਹੋਈ ਧਾਰਨਾ ਨੂੰ ਜਿਹੜਾ ਹੈਗਾ ਝੂਠਾ ਸਾਬਤ ਕੀਤਾ ਹੈ। ਕੈਮਰਾਮੈਨ ਤੁਲਸੀ ਮੇਰਾ ਦੇ ਨਾਲ ਰਮਨਦੀਪ, PTC ਨਿਊਜ਼ ਮੋਹਾਲੀ।